द बैनीपाल शो देखने वाले समुचे दर्शकों को दविंदर सिंह बैनीपाल वालों प्यार ਅਤੇ सत्कार सहित सत श्री अकाल। ਤੁਹਾਡਾ ਸਭਨਾਂ ਦਾ ਅੱਜ ਦੇ ਇਸ ਪ੍ਰੋਗਰਾਮ ਵਿੱਚ ਨਿੱਘਾ ਸਵਾਗਤ। ਦੋਸਤੋ ਆਓ ਕੁਝ ਖਬਰਾਂ ਜਿਨ੍ਹਾਂ ਦੇ ਉੱਤੇ ਅੱਜ ਦੇ ਪ੍ਰੋਗਰਾਮ ਦੌਰਾਨ ਵਿਚਾਰ ਚਰਚਾ ਕਰਨੀ ਚਾਹੁੰਦਾ। ਸਭ ਤੋਂ ਪਹਿਲਾਂ ਸੰਖੇਪ ਦੇ ਵਿੱਚ ਉਹ ਤੁਹਾਡੇ ਨਾਲ ਜਾਣਕਾਰੀਆਂ ਸਾਂਝੀਆਂ ਕਰਾਂ। ਨਿਊਜ਼ੀਲੈਂਡ ਵਿੱਚ ਹਮਲਾ ਕਰਨ ਵਾਲੇ ਵਿਅਕਤੀ ਨੇ ਹਮਲੇ ਤੋਂ ਪਹਿਲਾਂ ਕੀਤੀ ਸੀ ਭਾਰਤ ਦੀ ਯਾਤਰਾ। ਕਿਸਾਨ ਆਗੂਆਂ ਦੀ ਅਮਿਤ ਸ਼ਾਹ ਨਾਲ ਹੋਈ ਬੈਠਕ ਰਹੀ ਬੇਸਿੱਟਾ। ਸਿੰਘੂ ਬਾਰਡਰ ਤੇ ਇੱਕ ਹੋਰ ਕਿਸਾਨ ਨੇ ਤੋੜਿਆ ਦਮ। ਕਿਸਾਨਾਂ ਨੇ ਪੇਸ਼ ਕੀਤੀ ਸ਼ਾਂਤੀ ਦੀ ਮਿਸਾਲ। ਸ਼ਾਂਤੀਪੂਰਨ ਰਿਹਾ ਭਾਰਤ ਬੰਦ। ਪ੍ਰਧਾਨ ਮੰਤਰੀ ਮੋਦੀ ਨੇ ਕੀਤਾ ਬਾਦਲ ਨੂੰ ਫੋਨ। ਕਿਸਾਨਾਂ ਦੇ ਫੈਸਲੇ ਤੋਂ ਬਾਅਦ ਹੁਣ IMA ਨੇ 11 ਨੂੰ ਦੇਸ਼ ਵਿਆਪੀ ਹੜਤਾਲ ਦਾ ਕੀਤਾ ਐਲਾਨ। ਦੋਸਤੋ ਇਹ ਕੁਝ ਖਬਰਾਂ ਨੇ ਜਿਨ੍ਹਾਂ ਦੇ ਉੱਤੇ ਅੱਜ ਦੇ ਪ੍ਰੋਗਰਾਮ ਦੌਰਾਨ ਵਿਚਾਰ ਚਰਚਾ ਕਰਨੀ ਹੈ। ਇਸ ਤੋਂ ਪਹਿਲਾਂ ਕਿ ਇਸ ਇਕੱਲੀ ਖਬਰ ਦੇ ਉੱਤੇ ਵਿਸਥਾਰ ਦੇ ਨਾਲ ਗੱਲਬਾਤ ਕਰਾਂ, ਤੁਹਾਨੂੰ ਬੇਨਤੀ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਆਹ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲਿਓ ਤਾਂ ਕਿ ਜਿਉਂ ਹੀ ਅਸੀਂ ਕਦੇ ਲਾਈਵ ਹੋਈਏ ਜਾਂ ਕੋਈ ਨਵਾਂ ਵੀਡੀਓ ਅਪਲੋਡ ਕਰੀਏ ਤੁਹਾਡੇ ਤੱਕ ਉਸ ਦੀ ਜਾਣਕਾਰੀ ਪੁੱਜਦੀ ਹੋ ਸਕੇ ਅਤੇ ਆਪਣੀ ਇਹ ਗੱਲਬਾਤ ਦਾ ਰਾਬਤਾ ਬਰਕਰਾਰ ਰਹੇ। ਅੱਜ ਭਾਰਤ ਬੰਦ ਦੀਆਂ ਖਬਰਾਂ ਵੀ ਨੇ, ਕਿਸਾਨਾਂ ਦੀ ਕੇਂਦਰੀ ਗ੍ਰਹਿ ਮੰਤਰੀ ਨਾਲ ਹੋਈ ਮੀਟਿੰਗ ਦੀਆਂ ਖਬਰਾਂ ਵੀ ਨੇ, ਪਰ ਉਹਦੇ ਤੋਂ ਪਹਿਲਾਂ ਇੱਕ ਅੰਤਰਰਾਸ਼ਟਰੀ ਖਬਰ ਹੈ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ। ਨਿਊਜ਼ੀਲੈਂਡ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਕਹਿਰ ਵਾਪਰਿਆ ਸੀ। ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਸ਼ਹਿਰ ਵਿੱਚ 2 ਮਸਜਿਦਾਂ ਦੇ ਵਿੱਚ ਬੀਤੇ ਸਾਲ ਇੱਕ ਹਮਲਾ ਹੋਇਆ ਸੀ ਤੇ ਇਸ ਹਮਲੇ ਦੇ ਨਾਲ ਸੰਬੰਧਿਤ ਇੱਕ ਰਿਪੋਰਟ ਨੇ ਬਹੁਤ ਵੱਡਾ ਖੁਲਾਸਾ ਕੀਤਾ ਤੇ ਹੋਏ ਇਸ ਹਮਲੇ ਵਿੱਚ 51 ਲੋਕਾਂ ਦੀ ਜਾਨ ਗਈ ਸੀ ਅਤੇ ਹਮਲੇ ਦਾ ਦੋਸ਼ੀ ਇੱਕ ਆਸਟ੍ਰੇਲੀਆ ਮੂਲ ਦਾ ਵਿਅਕਤੀ ਤੇ ਜਿਸ ਦਾ ਨਾਮ ਹੈ ਬ੍ਰੇਟਨ ਟੇਰੈਂਟ। ਨਿਊਜ਼ੀਲੈਂਡ ਦੇ ਵਿੱਚ ਇਸ ਹਮਲੇ ਨੂੰ ਅੰਜਾਮ ਦੇਣ ਤੋਂ ਪਹਿਲਾਂ ਇਸ ਵਿਅਕਤੀ ਨੇ ਭਾਰਤ ਸਮੇਤ ਕਈ ਮੁਲਕਾਂ ਦੀ ਯਾਤਰਾ ਕੀਤੀ ਸੀ ਤੇ ਇਸ ਹਮਲੇ ਨਾਲ ਸੰਬੰਧਿਤ ਇੱਕ ਬਹੁਤ ਵਿਸਥਾਰਤ ਰਿਪੋਰਟ ਅੱਜ ਜਾਰੀ ਕੀਤੀ ਗਈ ਹੈ ਤੇ ਇਸੇ ਰਿਪੋਰਟ ਦੇ ਵਿੱਚੋਂ ਆਹ ਜਾਣਕਾਰੀਆਂ ਨਿਕਲ ਕੇ ਸਾਹਮਣੇ ਆਈਆਂ ਨੇ ਕਿ ਇਸ ਹਮਲੇ ਨੂੰ ਅੰਜਾਮ ਦੇਣ ਤੋਂ ਪਹਿਲਾਂ ਲਗਭਗ ਭਾਰਤ ਵਿੱਚ ਇਸ ਵਿਅਕਤੀ ਨੇ 3 ਮਹੀਨੇ ਗੁਜ਼ਾਰੇ ਸਨ। ਰਿਪੋਰਟ ਦੇ ਅਨੁਸਾਰ ਟੇਰੈਂਟ ਨੇ ਭਾਰਤ ਵਿੱਚ 3 ਮਹੀਨੇ ਗੁਜ਼ਾਰੇ। ਬੀਤੇ ਵਰੇ 15 ਮਾਰਚ 2019 ਨੂੰ ਉਸਨੇ ਇਹ ਅੱਤਵਾਦੀ ਹਮਲਾ ਕੀਤਾ ਸੀ ਜਿਸ ਦੇ ਵਿੱਚ ਕਈ ਦਰਜਨ ਲੋਕ ਜ਼ਖਮੀ ਹੋ ਗਏ ਸੀ ਅਤੇ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਗਈਆਂ ਤੇ ਮਰਨ ਵਾਲਿਆਂ ਦੇ ਵਿੱਚ 5 ਭਾਰਤੀ ਲੋਕ ਵੀ ਸ਼ਾਮਲ ਸਨ। ਰਾਇਲ ਕਮਿਸ਼ਨ ਆਫ ਇਨਕੁਆਇਰੀ ਦੀ 792 ਸਫ਼ਿਆਂ ਦੀ ਰਿਪੋਰਟ ਹੈ। ਬਹੁਤ ਵਿਸਥਾਰ ਨਾਲ ਇਸ ਰਿਪੋਰਟ ਦੇ ਵਿੱਚ ਜਾਣਕਾਰੀ ਹੈ। 792 ਪੰਨਿਆਂ ਦੇ ਉੱਤੇ ਦੱਸਿਆ ਗਿਆ ਹੈ ਕਿ 30 ਵਰ੍ਹਿਆਂ ਦੇ ਹਮਲਾਵਰ ਨੇ ਆਪਣਾ ਸਕੂਲ ਛੱਡਣ ਤੋਂ ਬਾਅਦ ਇੱਕ ਜਿਮ ਦੇ ਵਿੱਚ 2012 ਤੱਕ ਨਿੱਜੀ ਟ੍ਰੇਨਰ ਦੇ ਤੌਰ ਤੇ ਕੰਮ ਕੀਤਾ ਅਤੇ ਰਿਪੋਰਟ ਦੇ ਵਿੱਚ ਇਸ ਗੱਲ ਦਾ ਵੀ ਜ਼ਿਕਰ ਹੈ ਕਿ ਉਸਨੇ ਤਨਖਾਹ ਲੈਣ ਵਾਲੇ ਕਰਮਚਾਰੀ ਦੇ ਤੌਰ ਤੇ ਉਸ ਤੋਂ ਬਾਅਦ ਕਦੇ ਕੰਮ ਨਹੀਂ ਕੀਤਾ। ਭਾਵ ਉਹ ਆਪਣੇ ਬਾਪ ਦੇ ਪੈਸਿਆਂ ਦੇ ਉੱਤੇ ਹੀ ਗੁਜ਼ਾਰਾ ਕਰ ਰਿਹਾ ਸੀ, ਘੁੰਮਿਆ ਫਿਰਿਆ ਵੀ ਤੇ ਆਪ ਉਹ ਕੰਮ 2012 ਤੋਂ ਬਾਅਦ ਨਹੀਂ ਸੀ ਕਰਦਾ। ਕਈ ਮੁਲਕਾਂ ਦੀ ਜਿਹੜੀ ਯਾਤਰਾ ਵੀ ਕੀਤੀ, ਉਹ ਯਾਤਰਾ ਦੇ ਉੱਤੇ ਵੀ ਜਿਹੜਾ ਪੈਸਾ ਖਰਚਿਆ ਗਿਆ ਉਹ ਆਪਣੇ ਬਾਪ ਦੀ ਕਮਾਈ ਦੇ ਵਿੱਚੋਂ ਖਰਚਿਆ। ਪਹਿਲਾਂ 2013 ਵਿੱਚ ਉਹ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਗਿਆ। ਉਸ ਤੋਂ ਬਾਅਦ 2014 ਤੋਂ 2017 ਤੱਕ ਦੁਨੀਆ ਦੇ ਕਈ ਹੋਰ ਮੁਲਕਾਂ ਦੀ ਉਸਨੇ ਯਾਤਰਾ ਕੀਤੀ। ਰਿਪੋਰਟ ਦੇ ਮੁਤਾਬਕ ਟੇਰੈਂਟ ਨੇ 15 ਅਪ੍ਰੈਲ 2014 ਤੋਂ 17 ਅਗਸਤ 2017 ਦੇ ਦਰਮਿਆਨ ਇਕੱਲੇ ਨੇ ਯਾਤਰਾ ਕੀਤੀ ਤੇ ਨਾਲ ਉਹਦੇ ਹੋਰ ਕੋਈ ਦੂਸਰਾ ਵਿਅਕਤੀ ਨਹੀਂ ਸੀ। ਇਸ ਦੌਰਾਨ ਉਹ ਉੱਤਰੀ ਕੋਰੀਆ ਦੀ ਯਾਤਰਾ ਤੇ ਵੀ ਗਿਆ, ਪਰ ਉਸ ਵਕਤ ਉਹ ਇੱਕ ਗਰੁੱਪ ਨਾਲ ਗਿਆ ਸੀ। ਰਿਪੋਰਟ ਨੂੰ ਤਿਆਰ ਕਰਦਿਆਂ ਲਗਭਗ 1.5 ਸਾਲ ਦਾ ਸਮਾਂ ਲੱਗਿਆ ਤੇ ਇਸ ਦੇ ਵਿੱਚ ਲਿਖਿਆ ਗਿਆ ਕਿ ਸਭ ਤੋਂ ਲੰਬੇ ਸਮੇਂ ਤੱਕ ਉਹ ਭਾਰਤ ਵਿੱਚ ਰਿਹਾ। ਰਿਪੋਰਟ ਦੇ ਵਿੱਚ ਲਿਖਿਆ ਗਿਆ ਕਿ ਉਹ 21 ਨਵੰਬਰ 2015 ਤੋਂ 18 ਫਰਵਰੀ 2016 ਤੱਕ ਭਾਰਤ ਦੇ ਵਿੱਚ ਰਿਹਾ। ਉਹ 1 ਮਹੀਨਾ ਜਾਂ ਇਸ ਤੋਂ ਵੱਧ ਸਮੇਂ ਤੱਕ ਚੀਨ ਵਿੱਚ ਰਿਹਾ। ਜਾਪਾਨ, ਰੂਸ, ਦੱਖਣੀ ਕੋਰੀਆ ਤੇ ਇਹਨਾਂ ਮੁਲਕਾਂ ਦੇ ਵਿੱਚ ਵੀ ਉਹ ਘੁੰਮਦਾ ਰਿਹਾ। ਜਾਂਚ ਰਿਪੋਰਟ ਦੇ ਵਿੱਚ ਇਹ ਨਹੀਂ ਦੱਸਿਆ ਗਿਆ ਕਿ ਟੇਰੈਂਟ ਨੇ ਭਾਰਤ ਵਿੱਚ ਇਹਨਾਂ 3 ਮਹੀਨਿਆਂ ਦੌਰਾਨ ਕੀਤਾ ਕੀ ਕਿਤੇ ਕੋਈ ਟ੍ਰੇਨਿੰਗ ਲਈ, ਕਿਹਨੂੰ ਮਿਲਿਆ, ਕਿਹੜੇ ਉਹ ਕੰਮ ਕਰਦਾ ਰਿਹਾ। ਦਾ ਨਿਊਜ਼ੀਲੈਂਡ ਹੈਰਾਲਡ ਇੱਕ ਵੱਡਾ ਅਖਬਾਰ ਹੈ, ਉਸ ਦੇ ਮੁਤਾਬਕ ਇਸ ਗੱਲ ਦੇ ਸਬੂਤ ਨਹੀਂ ਮਿਲੇ ਕਿ ਵਿਦੇਸ਼ੀ ਯਾਤਰਾ ਦੇ ਵੇਲੇ
ਟੇਰੈਂਟ ਕਿਸੇ ਅੱਤਵਾਦੀ ਗਰੁੱਪ ਦੇ ਸੰਪਰਕ ਵਿੱਚ ਆਇਆ ਜਾਂ ਕਿਤੇ ਉਹਨੇ ਹਮਲਾ ਕਰਨ ਦੀ ਕੋਈ ਟ੍ਰੇਨਿੰਗ ਲਈ। ਜਾਂਚ ਰਿਪੋਰਟ ਦੇ ਮੁਤਾਬਕ ਇਹ ਮੰਨਿਆ ਜਾ ਸਕਦਾ ਹੈ ਕਿ ਟੇਰੈਂਟ ਨੇ ਜਿਹੜੀਆਂ ਅੱਤਵਾਦੀ ਹਮਲਾਵਰ ਰੁੱਖ ਅਪਣਾ ਕੇ ਲੋਕਾਂ ਦੀਆਂ ਜਾਨਾਂ ਲਈਆਂ, ਕਿ ਉਹਦੇ ਪਿੱਛੇ ਇਹਨਾਂ ਯਾਤਰਾਵਾਂ ਨੂੰ ਜੋੜਿਆ ਜਾ ਸਕਦਾ ਜਾਂ ਨਹੀਂ, ਇਸ ਗੱਲ ਦੇ ਵਿੱਚ ਇਸ ਦਾ ਕੋਈ ਖੁਲਾਸਾ ਨਹੀਂ ਕੀਤਾ ਗਿਆ। ਪਰ ਇਹਦੇ ਵਿੱਚ ਇਹ ਗੱਲ ਜ਼ਰੂਰ ਹੈ ਕਿ ਯਾਤਰਾਵਾਂ ਨੇ ਜ਼ਰੂਰ ਕੀਤੀਆਂ। ਜਾਂਚ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਕਿ ਟੇਰੈਂਟ ਇੰਟਰਨੈੱਟ ਦੇ ਉੱਤੇ ਕੁਝ ਇਸ ਤਰ੍ਹਾਂ ਦੀ ਸਮੱਗਰੀ ਦੇਖਦਾ ਸੀ ਜਿਹੜੀ ਕੱਟੜਵਾਦੀ ਸੀ। YouTube ਚੈਨਲ ਦੇਖਿਆ ਕਰਦਾ ਸੀ। ਰਿਪੋਰਟ ਦੇ ਮੁਤਾਬਕ ਉਸਨੇ ਪ੍ਰਵਾਸ ਅਤੇ ਈਸਾਈਅਤ ਤੇ ਇਸਲਾਮ ਦੇ ਵਿਚਕਾਰ ਇੱਕ ਡੂੰਘਾ ਅਧਿਐਨ ਕੀਤਾ ਅਤੇ ਉਹ ਘੱਟ ਗਿਣਤੀ ਲੋਕਾਂ ਨੂੰ ਖਾਸ ਕਰਕੇ ਨਿਸ਼ਾਨਾ ਬਣਾਉਣਾ ਚਾਹੁੰਦਾ ਸੀ ਅਤੇ ਉਹ ਕੱਟੜਵਾਦੀ ਵਿਚਾਰਾਂ ਦਾ ਸੀ। ਅਤੇ ਇਸੇ ਤਰ੍ਹਾਂ ਦੇ YouTube ਦੇ ਉੱਤੇ ਮਟੀਰੀਅਲ ਨੂੰ ਦੇਖ ਦੇਖ ਕੇ ਉਸਨੇ ਆਖਰਕਾਰ ਇਹਨਾਂ ਲੋਕਾਂ ਦੀ ਜਾਨ ਲੈ ਲਈ। ਹੁਣ ਉਹਦੇ ਤੋਂ ਬਾਅਦ ਤੁਸੀਂ ਇਹ ਦੇਖੋ ਕਿ ਇਹ ਨਹੀਂ ਆਮ ਤੌਰ 'ਤੇ ਆਪਾਂ ਕਹਿੰਦੇ ਹਾਂ ਕਿ ਇੱਕ ਵਿਅਕਤੀ ਕਿਸੇ ਵਿਅਕਤੀ ਦੀ ਜਾਨ ਲੈਣ ਤੋਂ ਬਾਅਦ ਸੋਚਦਾ ਕਿ ਇਸ ਤਰ੍ਹਾਂ ਦੇ ਕੰਮ ਨੂੰ ਮੈਂ ਕਿਉਂ ਗਲਤੀ ਨਾਲ ਅੰਜਾਮ ਦੇ ਬੈਠਿਆ। ਇੱਕ ਥਾਂ ਉਹ ਕੰਮ ਕਰਦਾ ਤੇ ਉਹਦੇ ਤੋਂ ਫਿਰ ਕਾਰ ਚਲਾ ਕੇ ਵੀਡੀਓ ਬਣਾਉਂਦਾ ਦੂਸਰੀ ਥਾਂ 'ਤੇ ਜਾ ਕੇ ਵੀ ਲੋਕਾਂ ਦੀਆਂ ਉਹ ਜਾਨਾਂ ਲੈਂਦਾ। ਤੇ ਬਾਅਦ ਦੇ ਵਿੱਚ ਉਹਨੇ ਇਹ ਵੀ ਦੱਸਿਆ ਸੀ ਕਿ ਮੇਰਾ ਅਸਲ ਦੇ ਵਿੱਚ ਨਿਸ਼ਾਨਾ ਇਹਨਾਂ ਲੋਕਾਂ ਨੂੰ ਮਾਰਨ ਦਾ ਨਹੀਂ ਸੀ, ਪਰ ਬਾਅਦ ਦੇ ਵਿੱਚ ਵਿਚਾਰ ਆਇਆ ਕਿ ਇੱਕੋ ਥਾਂ 'ਤੇ ਜਿੱਥੇ ਸਭ ਤੋਂ ਵੱਧ ਮੈਨੂੰ ਸ਼ਿਕਾਰ ਮੇਰੇ ਮਿਲ ਸਕਦੇ ਨੇ ਉਹ ਤਾਂ ਆਹ ਥਾਵਾਂ ਨੇ। ਫਿਰ ਇਸ ਕਰਕੇ ਉਹਨੇ ਇਹਨਾਂ ਦੋਵੇਂ ਥਾਵਾਂ ਨੂੰ ਨਿਸ਼ਾਨਾ ਬਣਾ ਕੇ ਬਹੁਤ ਸਾਰੇ ਲੋਕਾਂ ਦੀ ਜਾਨ ਲੈ ਲਈ ਸੀ। ਇਸ ਘਟਨਾ ਦੀ ਦੁਨੀਆ ਭਰ ਦੇ ਵਿੱਚ ਨਿੰਦਿਆ ਹੋਈ ਸੀ ਅਤੇ ਨਿਊਜ਼ੀਲੈਂਡ ਦੇ ਇਤਿਹਾਸ ਦੇ ਵਿੱਚ ਇਹ ਬਹੁਤ ਵੱਡਾ ਅੱਤਵਾਦੀ ਹਮਲਾ ਸੀ। ਸੋ ਦੋਸਤੋ, ਅਗਲੀ ਖਬਰ ਹੁਣ ਵੱਡੀ ਖਬਰ। ਪਹਿਲੀ ਵਾਰ ਮੀਟਿੰਗ ਹੋਈ ਹੈ ਕਿਸਾਨ ਆਗੂਆਂ ਦੀ ਭਾਰਤ ਦੇ ਕੇਂਦਰੀ ਗ੍ਰਹਿ ਮੰਤਰੀ ਦੇ ਨਾਲ। ਹੁਣ ਤੱਕ ਦੀਆਂ ਮੀਟਿੰਗਾਂ ਦੇ ਵਿੱਚ ਅਮਿਤ ਸ਼ਾਹ ਕਦੇ ਨਹੀਂ ਸੀ ਬੈਠੇ ਤੇ ਇਹ ਮੀਟਿੰਗ ਪਹਿਲਾਂ ਵੀ ਕੋਈ ਨਿਰਧਾਰਤ ਨਹੀਂ ਸੀ ਕੀਤੀ ਗਈ। ਹੁਣ ਖੇਤੀ ਕਾਨੂੰਨਾਂ ਨੂੰ ਲੈ ਕੇ ਉਹਦੀ ਮੁਖਾਲਫਤ ਕਰਦੇ ਕਰਦੇ ਕਿਸਾਨ ਆਪੋ ਆਪਣੇ ਘਰਾਂ ਤੋਂ ਨਿਕਲ ਚੁੱਕੇ ਹੈ, ਦਿੱਲੀ ਨੂੰ ਚਾਰ ਚਫੇਰਿਓਂ ਘੇਰਾ ਪਾ ਚੁੱਕਿਆ ਹੈ ਅਤੇ ਭਾਰਤ ਬੰਦ ਦਾ ਸੱਦਾ ਦਿੱਤਾ ਹੋਇਆ ਸੀ ਅਤੇ ਸਮੁੱਚੇ ਭਾਰਤ ਦੇ ਵਿੱਚੋਂ ਇਸ ਬੰਦ ਨੂੰ ਸਫਲ ਹੋਣ ਦੀਆਂ ਖਬਰਾਂ ਨੇ ਹਰ ਇੱਕ ਅਖਬਾਰ ਦੀ ਸੁਰਖੀ ਬਣਾਈ ਹੈ। ਤੇ ਇੱਧਰ ਪਤਾ ਲੱਗਿਆ ਕਿ ਅਮਿਤ ਸ਼ਾਹ ਅਤੇ ਕਿਸਾਨ ਆਗੂਆਂ ਦੇ ਵਿਚਕਾਰ ਇੱਕ ਲੰਬੀ ਬੈਠਕ ਚੱਲੀ ਹੈ ਤੇ ਬੈਠਕ ਖਤਮ ਵੀ ਹੋ ਗਈ, ਪਰ ਨਤੀਜਾ ਕੋਈ ਨਹੀਂ ਨਿਕਲ ਸਕਿਆ। ਬੈਠਕ ਤੋਂ ਬਾਅਦ ਬਾਹਰ ਨਿਕਲੇ ਕਿਸਾਨ ਆਗੂਆਂ ਨੇ ਦੱਸਿਆ ਕਿ ਸਰਕਾਰ ਖੇਤੀਬਾੜੀ ਕਾਨੂੰਨ ਵਾਪਸ ਲੈਣ ਲਈ ਤਿਆਰ ਨਹੀਂ। ਤੇ ਨਾਲ ਉਹਨਾਂ ਇਹ ਵੀ ਦੱਸ ਦਿੱਤਾ ਕਿ ਅਸੀਂ ਕੱਲ੍ਹ ਬੁੱਧਵਾਰ ਨੂੰ 12 ਵਜੇ ਇੱਕ ਬੈਠਕ ਕਰਨੀ ਹੈ, ਫੈਸਲਾ ਕਰਨਾ ਹੈ ਕਿ ਅਗਲੀ ਮੀਟਿੰਗ ਦੇ ਵਿੱਚ ਕਿਸਾਨ ਆਗੂ ਜਾਣਾ ਚਾਹੁੰਦੇ ਹੈ ਜਾਂ ਨਹੀਂ। ਪਹਿਲਾਂ ਦਰਅਸਲ ਇਹ ਜਿਹੜੀ ਬੈਠਕ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਹੋਈ, ਦੱਸਿਆ ਜਾ ਰਿਹਾ ਸੀ ਕਿ ਉਹਨਾਂ ਦੀ ਰਿਹਾਇਸ਼ ਤੇ ਹੋਣੀ ਸੀ, ਪਰ ਬਾਅਦ ਦੇ ਵਿੱਚ ਦੱਸਿਆ ਜਾਣ ਲੱਗਿਆ ਕਿ ਕਈ ਕਿਸਾਨ ਆਗੂ ਇਤਰਾਜ਼ ਪ੍ਰਗਟਾਉਣ ਲੱਗੇ, ਜਿਸ ਤੋਂ ਬਾਅਦ ਇਸ ਬੈਠਕ ਦਾ ਸਮਾਂ ਬਦਲਿਆ ਗਿਆ। ਜਾਣਕਾਰੀ ਜਿਹੜੀ ਮਿਲ ਰਹੀ ਹੈ ਉਸ ਦੇ ਵਿੱਚ ਕੁਝ ਕਿਸਾਨ ਆਗੂ ਜਿਹੜੇ ਪਹੁੰਚੇ ਉਹ ਨਾਰਾਜ਼ ਵੀ ਸੀ, ਪਰ ਆਖਰਕਾਰ ਉਹਨਾਂ ਨੂੰ ਮਨਾ ਕੇ ਇਸ ਮੀਟਿੰਗ ਦੇ ਵਿੱਚ ਲਿਜਾਇਆ ਗਿਆ। ਹੁਣ ਨਾਰਾਜ਼ ਹੋਏ ਆਗੂਆਂ ਦੇ ਵਿੱਚ ਸੀ ਰੁਲਦੂ ਸਿੰਘ। ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਸਾਨੂੰ ਬੈਠਕ ਲਈ ਕਨਫਿਊਜ਼ ਕੀਤਾ ਜਾ ਰਿਹਾ ਹੈ ਤੇ ਅਸੀਂ ਵਾਪਸ ਸਿੰਘੂ ਬਾਰਡਰ ਜਾ ਰਹੇ ਹਾਂ। ਕਿਸਾਨ ਆਗੂਆਂ ਨਾਲ ਹੋਣ ਵਾਲੀ ਬੈਠਕ ਤੋਂ ਪਹਿਲਾਂ ਅਮਿਤ ਸ਼ਾਹ ਨੇ ਦਿੱਲੀ ਪੁਲਿਸ ਕਮਿਸ਼ਨਰ ਨਾਲ ਵੀ ਕਹਿੰਦੇ ਮੁਲਾਕਾਤ ਕੀਤੀ। ਉਹਨਾਂ ਦੀ ਇਹ ਬੈਠਕ ਲਗਭਗ ਅੱਧਾ ਘੰਟਾ ਚੱਲੀ। ਦੱਸਣਾ ਬਣਦਾ ਕਿ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਇਹ ਪਹਿਲੀ ਬੈਠਕ, ਇਹ ਮੀਟਿੰਗ ਆਪਣੇ ਮਿੱਥੇ ਸਮੇਂ ਤੋਂ ਲਗਭਗ 1.5 ਘੰਟਾ ਬਾਅਦ ਵਿੱਚ ਸ਼ੁਰੂ ਹੋਈ। ਅਸਲ ਦੇ ਵਿੱਚ ਇਸ ਬੈਠਕ ਦਾ ਪਹਿਲਾ ਸਮਾਂ 7 ਵਜੇ ਦਿੱਤਾ ਗਿਆ ਸੀ, ਪਰ ਬਾਅਦ ਵਿੱਚ ਕਿਤੇ ਇਹ 8:30 ਵਜੇ ਜਾ ਕੇ ਸ਼ੁਰੂ ਹੋਈ। ਜਾਣਕਾਰੀ ਅਨੁਸਾਰ ਪੰਜਾਬ ਦੀਆਂ ਕਈ ਕਿਸਾਨ ਯੂਨੀਅਨ ਦੇ ਆਗੂ ਅਮਿਤ ਸ਼ਾਹ ਨਾਲ ਮੁਲਾਕਾਤ ਕਰਨ ਵਾਸਤੇ ਰਾਜ਼ੀ ਨਹੀਂ ਸੀ, ਪਰ ਭਾਰਤੀ ਕਿਸਾਨ ਯੂਨੀਅਨ ਟਕੈਤ ਦੇ ਨੇਤਾ ਨੇ ਰਾਕੇਸ਼ ਟਕੈਤ, ਉਹਨਾਂ ਨੇ ਇਸ ਮੀਟਿੰਗ ਨੂੰ ਕਰਵਾਉਣ ਦੇ ਵਿੱਚ ਬੜੀ ਐਕਟਿਵ ਤੇ ਅਹਿਮ ਭੂਮਿਕਾ ਨਿਭਾਈ ਅਤੇ ਉਹਨਾਂ ਨੇ ਜਿਹੜੇ ਨਾਰਾਜ਼ ਆਗੂ ਸੀ ਬੋਗ ਸਿੰਘ ਅਤੇ ਰੁਲਦੂ ਸਿੰਘ, ਉਹਨਾਂ ਨੂੰ ਮਨਾਇਆ ਅਤੇ ਇਸ ਮੀਟਿੰਗ ਦੇ ਵਿੱਚ ਉਹਨਾਂ ਨੂੰ ਸ਼ਾਮਲ ਕਰਵਾਇਆ। ਜਾਣਕਾਰੀ ਮਿਲੀ ਹੈ ਕਿ ਅਮਿਤ ਸ਼ਾਹ ਨੇ ਇਹਨਾਂ ਕਾਨੂੰਨਾਂ ਦੇ ਵਿੱਚ ਸੋਧ ਲਈ ਤਾਂ ਹਾਮੀ ਭਰੀ, ਪਰ ਕਾਨੂੰਨ ਵਾਪਸ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਅਮਿਤ ਸ਼ਾਹ ਦੇ ਇਸ ਦੋ ਟੁੱਕ ਫੈਸਲੇ ਤੋਂ ਬਾਅਦ ਕਿਸਾਨ ਆਗੂਆਂ ਨੇ ਭਲਕੇ ਹੋਣ ਵਾਲੀ ਕੇਂਦਰੀ ਮੰਤਰੀਆਂ ਨਾਲ 6ਵੇਂ ਗੇੜ ਦੀ ਮੀਟਿੰਗ ਤੋਂ ਵੀ ਇਨਕਾਰ ਕਰ ਦਿੱਤਾ ਤੇ ਉਹ ਮੀਟਿੰਗ ਕਰਕੇ ਅਗਲਾ ਵੱਡਾ ਫੈਸਲਾ ਕੋਈ ਲੈ ਸਕਦੇ ਹੈ। ਹੁਣ ਇੱਕ ਪਾਸੇ ਇਹ ਪਹਿਲੀ ਮੀਟਿੰਗ, ਉਹਦੇ ਵਿੱਚ ਜਦੋਂ ਕਿਸਾਨ ਆਗੂ ਮੀਟਿੰਗ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸੀ, ਉਹਨਾਂ ਨੇ ਦੱਸਿਆ ਸੀ ਕਿ ਅਸੀਂ ਮੀਟਿੰਗ ਵਿੱਚ ਜਾਣ ਲੱਗੇ ਹਾਂ ਤੇ ਅਸੀਂ ਅਮਿਤ ਸ਼ਾਹ ਤੋਂ ਯੈਸ ਔਰ ਨੋ ਪੁੱਛਣੀ ਹੈ ਕਿ ਕੀ ਇਹ ਕਾਨੂੰਨ ਰੱਦ ਹੋਣਗੇ
ਜਾਂ ਨਹੀਂ। ਪਰ ਤਾਂ ਵੀ ਕਾफ़ी ਲੰਬਾ ਕਈ ਘੰਟਿਆਂ ਦੀ ਮੀਟਿੰਗ ਚੱਲੀ, ਪਰ ਆਖਰਕਾਰ ਗੱਲ ਉਹੀ ਸਾਹਮਣੇ ਆਈ ਜਿਹੜੀ ਪਿਛਲੀ ਮੀਟਿੰਗ ਵਿੱਚ ਖੇਤੀਬਾੜੀ ਮੰਤਰੀ ਅਤੇ ਪੀਯੂਸ਼ ਗੋਇਲ ਉਹਨਾਂ ਨੇ ਆਖਿਆ ਸੀ ਕਿ ਕੁਝ ਸੋਧਾਂ ਕੀਤੀਆਂ ਜਾ ਸਕਦੀਆਂ ਨੇ ਪਰ ਕਾਨੂੰਨ ਰੱਦ ਨਹੀਂ ਕੀਤੇ ਜਾ ਸਕਦੇ। ਉਹਦੇ ਤੋਂ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਨੇ ਵੀ ਆਖਿਆ ਸੀ ਕਿ ਕਾਨੂੰਨ ਬੜੇ ਕਮਾਲ ਦੇ ਹੈ, ਇਸ ਵਕਤ ਭਾਰਤ ਦੀ ਸਥਿਤੀ ਨੂੰ ਸੁਧਾਰਨ ਦੇ ਵਾਸਤੇ ਇਹਨਾਂ ਦਾ ਲਾਜ਼ਮੀ ਬਣੇ ਰਹਿਣਾ ਲਾਜ਼ਮੀ ਹੈ। ਅੱਛਾ, ਹੁਣ ਇੱਕ ਹੋਰ ਇੱਥੇ ਗੱਲ ਬੜੀ ਅਹਿਮ ਹੈ। ਪਹਿਲਾਂ ਜਦੋਂ ਜੂਨ ਮਹੀਨੇ 2020 ਨੂੰ ਲਗਭਗ 7 ਮਹੀਨੇ ਪਹਿਲਾਂ ਆਰਡੀਨੈਂਸ ਲਿਆਂਦਾ ਤੇ ਉਹਦੇ ਤੋਂ ਬਾਅਦ ਇਹ ਕਾਨੂੰਨ ਦਾ ਰੁਤਬਾ ਵੀ ਹੁਣ ਪ੍ਰਾਪਤ ਕਰ ਚੁੱਕਿਆ ਹੈ। ਪਹਿਲਾਂ ਸਰਕਾਰ ਮੰਨ ਨਹੀਂ ਸੀ ਰਹੀ ਕਿ ਇਹਨਾਂ ਕਾਨੂੰਨਾਂ ਦੇ ਵਿੱਚ ਜਾਂ ਆਰਡੀਨੈਂਸ ਦੇ ਵਿੱਚ ਕਿਤੇ ਕੋਈ ਖਰਾਬੀ ਹੈ, ਪਰ ਹੁਣ ਸਰਕਾਰ ਘੱਟੋ ਘੱਟ ਇੰਨਾ ਕੁ ਮੰਨਣ ਲੱਗ ਪਈ ਹੈ ਕਿ ਹਾਂ ਕਾਨੂੰਨਾਂ ਦੇ ਵਿੱਚ ਕਮੀਆਂ ਨੇ, ਖਾਮੀਆਂ ਨੇ। ਇਹਦਾ ਮਤਲਬ ਜੇ ਖਾਮੀਆਂ ਨੇ ਤੇ ਕਿਸਾਨ ਇਹ ਕਾਨੂੰਨ ਚਾਹੁੰਦੇ ਨਹੀਂ ਤੇ ਸਰਕਾਰ ਨੂੰ ਸਮੱਸਿਆ ਕਿਹੜੀ ਹੈ, ਕਿਉਂ ਵਾਪਸ ਨਹੀਂ ਲੈ ਜਾ ਰਹੇ? ਅੱਜ ਤਾਂ ਸਮੁੱਚੇ ਭਾਰਤ ਨੇ ਵੀ ਇਹ ਤਸਲੀਮ ਕਰ ਦਿੱਤਾ ਹੈ ਕਿ ਅਸੀਂ ਸਮੁੱਚੇ ਕਿਸਾਨਾਂ ਦੇ ਨਾਲ ਹਾਂ। ਪੂਰੇ ਭਾਰਤ ਦੇ ਵਿੱਚ ਬੰਦ ਨੂੰ ਜਿਹੋ ਜਿਹਾ ਭਰਮਾ ਹੁੰਗਾਰਾ ਮਿਲਿਆ ਉਹ ਆਪਣੇ ਆਪ ਦੇ ਵਿੱਚ ਕਮਾਲ ਦੀ ਮਿਸਾਲ ਹੈ। ਕਈਆਂ ਥਾਵਾਂ ਦੇ ਉੱਤੇ ਹਲਕਾ ਲਾਠੀ ਚਾਰਜ ਵੀ ਹੋਇਆ ਤੇ ਪਾਣੀ ਦੀਆਂ ਜਲ ਤੋਪਾਂ ਵੀ ਉਹ ਮਾਰੀਆਂ ਗਈਆਂ ਤੇ ਚੰਡੀਗੜ੍ਹ ਦੇ ਵਿੱਚ ਵੀ ਕਈ ਲੋਕਾਂ ਦੇ ਉੱਤੇ ਇਹ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਨੂੰ ਘੇਰਨ ਜਾ ਰਹੇ ਸੀ ਉਹਨਾਂ ਦੇ ਉੱਤੇ ਪਾਣੀ ਦੀਆਂ ਵਾਛੜਾਂ ਮਾਰੀਆਂ ਗਈਆਂ ਨੇ। ਤੇ ਹੁਣ ਇਸ ਮੀਟਿੰਗ ਤੋਂ ਬਾਅਦ ਕਿਸਾਨ ਆਗੂ ਆਖ ਰਹੇ ਨੇ ਕਿ ਅਗਲੀ ਬੈਠਕ ਵਿੱਚ ਅਸੀਂ ਤਾਂ ਜਾਵਾਂਗੇ ਜੇ ਸਾਨੂੰ ਲਿਖਤੀ ਪ੍ਰਸਤਾਵ ਦਿੱਤਾ ਜਾਏਗਾ, ਅਤੇ ਗ੍ਰਹਿ ਮੰਤਰੀ ਨੇ ਲਿਖਤੀ ਪ੍ਰਸਤਾਵ ਦੇਣ ਦੀ ਗੱਲ ਆਖੀ ਵੀ ਹੈ। ਕਹਿੰਦੇ ਹੁਣ ਪ੍ਰਸਤਾਵ ਤੇ ਫਿਰ ਕਿਸਾਨ ਆਗੂ ਮਿਲ ਕੇ ਵਿਚਾਰ ਕਰਨਗੇ ਕਿ ਆਹ ਪ੍ਰਸਤਾਵ ਆਇਆ ਕਿ ਹੁਣ ਆਪਾਂ ਜਾਣਾ ਹੈ ਜਾਂ ਨਹੀਂ। ਕਿਸਾਨ ਆਗੂ ਨੇ ਹਨਨ ਮੁੱਲਾ ਉਹਨਾਂ ਨੇ ਕਿਹਾ ਕਿ ਸੋਧ ਲਈ ਸਰਕਾਰ ਲਿਖਤੀ ਪ੍ਰਸਤਾਵ ਦੇਵੇਗੀ, ਭਾਵ ਅੱਜ ਦੀ ਬੈਠਕ ਬੇਨਤੀਜਾ ਰਹੀ। ਹਨਨ ਮੁੱਲਾ ਨੇ ਇਹ ਵੀ ਕਿਹਾ ਕਿ ਕੱਲ੍ਹ ਸਰਕਾਰ ਦੇ ਨਾਲ ਹੋਣ ਵਾਲੀ ਬੈਠਕ ਵਿੱਚ ਅਸੀਂ ਜਾਣਾ ਨਹੀਂ, ਸ਼ਾਇਦ ਫਿਰ ਬੈਠਕ ਨਾ ਹੋਵੇ। ਹੁਣ ਇਸ ਬੈਠਕ ਦੇ ਵਿੱਚ 13 ਕਿਸਾਨ ਆਗੂ ਸ਼ਾਮਲ ਹੋਏ, ਜਿਨ੍ਹਾਂ ਵਿੱਚ ਰਾਕੇਸ਼ ਟਕੈਤ ਯੂਪੀ ਤੋਂ, ਗੁਰਨਾਮ ਸਿੰਘ ਚੜੂਲੀ ਹਰਿਆਣੇ ਤੋਂ, ਹਨਨ ਮੁੱਲਾ ਬੰਗਾਲ ਤੋਂ, ਸ਼ਿਵ ਕੁਮਾਰ ਕੱਕਾ ਮੱਧ ਪ੍ਰਦੇਸ਼ ਤੋਂ, ਬਲਵੀਰ ਸਿੰਘ ਰਾਜੇਵਾਲ ਪੰਜਾਬ ਤੋਂ, ਜਗਜੀਤ ਸਿੰਘ ਡੱਲੇਵਾਲ ਪੰਜਾਬ ਤੋਂ, ਰੁਦਰ ਸਿੰਘ ਮਾਨਸਾ ਪੰਜਾਬ ਤੋਂ, ਹਰਿੰਦਰ ਸਿੰਘ ਲੱਖੋਵਾਲ ਪੰਜਾਬ ਤੋਂ, ਮਨਜੀਤ ਰਾਏ ਪੰਜਾਬ ਤੋਂ, ਬੂਟਾ ਸਿੰਘ ਬੁਰਜਗਿੱਲ ਪੰਜਾਬ ਤੋਂ, ਡਾਕਟਰ ਦਰਸ਼ਨਪਾਲ ਪੰਜਾਬ ਤੋਂ, ਬਲਵੰਤ ਸਿੰਘ ਸੰਧੂ ਅਤੇ ਬੁੱਧ ਸਿੰਘ ਇਹ ਵੀ ਪੰਜਾਬ ਦੇ ਸਨ ਜਿਹੜੇ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਏ। ਹੁਣ ਪ੍ਰੈਸ ਕਾਨਫਰੰਸ ਕਰਨ ਉਪਰੰਤ ਇਹ ਆਗੂਆਂ ਨੇ ਅਮਿਤ ਸ਼ਾਹ ਨਾਲ ਮੁਲਾਕਾਤ ਨੂੰ ਗਏ ਜਦੋਂ, ਉਹਦੇ ਤੋਂ ਬਾਅਦ ਫਿਰ ਸਿੰਘੂ ਸਰਹੱਦ ਤੇ ਵੀ ਇੱਕ ਪ੍ਰੈਸ ਕਾਨਫਰੰਸ ਹੋਈ ਤੇ ਉਹਦੇ ਵਿੱਚ ਰੁਦਰ ਸਿੰਘ ਮਾਨਸਾ ਨੇ ਕਿਹਾ ਕਿ ਅੱਜ ਦੀ ਬੈਠਕ ਵਿੱਚ ਅਸੀਂ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਸਾਫ਼ ਹਾਂ ਜਾਂ ਨਾ ਕਰਨ ਵਾਸਤੇ ਗਏ ਸੀ, ਪਰ ਦੇਖੋ ਕਿ ਜਦੋਂ ਭਾਰਤ ਸਰਕਾਰ ਨੂੰ ਪਤਾ ਹੈ ਕਿ ਕਿਸਾਨ ਆਗੂ ਹਾਂ ਜਾਂ ਨਾ ਸੁਣਨ ਚਾਹੁੰਦੇ ਨੇ, ਉਹ ਫਿਰ ਇਹਨਾਂ ਨੂੰ ਚੰਗਾ ਜਾਂ ਬੁਰਾ ਸਮਝਾਉਣ ਦੀਆਂ ਕੋਸ਼ਿਸ਼ਾਂ ਕਰਨ ਲੱਗ ਪੈਂਦੇ ਨੇ। ਪਰ ਦੂਸਰੇ ਪਾਸੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਇਸ ਬੈਠਕ ਲਈ ਉਹਨਾਂ ਨੂੰ ਕੋਈ ਸੱਦਾ ਨਹੀਂ ਮਿਲਿਆ। ਉਹਨਾਂ ਕਿਹਾ ਕਿ ਕੁਝ ਜਥੇਬੰਦੀਆਂ ਨੂੰ ਅਜਿਹੀ ਕਿਸੇ ਵੀ ਗੈਰ ਰਸਮੀ ਗੱਲਬਾਤ ਵਿੱਚ ਇਕੱਲਿਆਂ ਨਹੀਂ ਸੀ ਜਾਣਾ ਚਾਹੀਦਾ। ਇਸ ਨਾਲ ਲੋਕਾਂ ਵਿੱਚ ਵੱਖੋ ਵੱਖ ਤਰ੍ਹਾਂ ਦੇ ਭਰਮ, ਭੁਲੇਖੇ ਤੇ ਖਦਸ਼ੇ ਪੈਦਾ ਹੁੰਦੇ ਆ। ਅਸਲ ਦੇ ਵਿੱਚ ਆ ਉਗਰਾਹਾਂ ਦੇ ਪ੍ਰਧਾਨ ਜੋ ਆਖ ਰਹੇ ਹਨ, ਸਰਕਾਰ ਚਾਹੁੰਦੀ ਵੀ ਇਹੀ ਹੈ ਕਿ ਕਿਸਾਨ ਜਥੇਬੰਦੀਆਂ ਦੇ ਵਿੱਚ ਫੁੱਟ ਪਵੇ। ਕੋਈ ਕਿਸਾਨ ਜਥੇਬੰਦੀ ਇੱਧਰ ਨੂੰ ਤੁਰੇ ਤੇ ਕੋਈ ਜਥੇਬੰਦੀ ਇੱਧਰ ਨੂੰ ਤੁਰੇ, ਪਰ ਇਹ ਵੇਲਾ ਕਾਫੀ ਕੁਝ ਨੇੜੇ ਲਾ ਲਿਆ। ਪਰ ਹੁਣ ਜੇਕਰ ਏਕਾ ਰਹੇਗਾ ਤੇ ਇਹ ਜੰਗ ਜਿੱਤੀ ਜਾ ਸਕਦੀ ਹੈ, ਜੇਕਰ ਭਾਂਡੇ ਖਿਲਰ ਗਏ ਤੇ ਕੰਮ ਖਰਾਬ ਹੋ ਸਕਦਾ ਹੈ। ਤੇ ਹੁਣ ਆਪਾਂ ਗੱਲ ਕਰਦੇ ਹਾਂ ਭਾਰਤ ਬੰਦ ਦੀ। ਸ਼ਾਂਤੀਪੂਰਨ ਵੀ ਰਿਹਾ, ਇੱਕ ਵੱਖਰੀ ਤਸਵੀਰ ਵੀ ਦੇਖਣ ਨੂੰ ਮਿਲੀ। ਇਹ ਗੱਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਖ ਰਹੇ ਹੈ। ਉਹ ਕਹਿੰਦੇ ਖੇਤੀ ਕਾਨੂੰਨਾਂ ਨੂੰ ਕਿਸਾਨ ਵਿਰੋਧੀ ਅਤੇ ਸਬੰਧਤ ਧਿਰਾਂ ਦੇ ਨਾਲ ਬਗੈਰ ਵਿਚਾਰੇ ਲਿਆਉਣ ਦੀ ਗੱਲ ਮੈਂ ਇੱਕ ਵਾਰੀ ਕਹਿੰਦੇ ਫੇਰ ਦੁਹਰਾਉਣਾ। ਕੈਪਟਨ ਅਮਰਿੰਦਰ ਸਿੰਘ ਕਹਿੰਦੇ ਭਾਰਤ ਬੰਦ ਰਾਹੀਂ ਕਿਸਾਨਾਂ ਦੇ ਏਕੇ ਨੂੰ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਅਤੇ ਬਾਅਦ ਵਿੱਚ ਖੇਤੀਬਾੜੀ ਸੁਧਾਰਾਂ ਤੇ ਵਿਸਥਾਰ 'ਚ ਗੱਲਬਾਤ ਕਰਨ ਦੀ ਅਹਿਮੀਅਤ ਨੂੰ ਇਸ ਭਾਰਤ ਬੰਦ ਨੇ ਦਰਸਾ ਦਿੱਤਾ। ਕੈਪਟਨ ਕਹਿੰਦੇ ਕਿ ਕੇਂਦਰ ਮੁਲਕ ਭਰ ਵਿੱਚ ਪ੍ਰਦਰਸ਼ਨ ਕਰ ਰਹੇ ਅਤੇ ਇਹਨਾਂ ਕਾਨੂੰਨਾਂ ਨੂੰ ਰੱਦ ਕਰਕੇ ਸਬੰਧਤ ਧਿਰਾਂ ਦੇ ਨਾਲ ਨਵੇਂ ਸਿਰੋਂ ਗੱਲਬਾਤ ਕਰਨ, ਕਿਸਾਨੀ ਮੰਗਾਂ ਵੱਲ ਧਿਆਨ ਦਿੱਤਾ ਜਾਵੇ। ਉਹਨਾਂ ਕਿਹਾ ਕਿ ਜੇ ਮੈਂ ਉਹਨਾਂ ਦੀ ਥਾਂ ਹੁੰਦਾ, ਭਾਵ ਮੈਂ ਕੇਂਦਰ ਸਰਕਾਰ ਦੇ ਵਿੱਚ ਹੁੰਦਾ, ਕਿਸੇ ਅਹਿਮ ਅਹੁਦੇ ਤੇ ਹੁੰਦਾ, ਤਾਂ ਮੈਂ ਆਪਣੀ ਗਲਤੀ ਮੰਨਣ ਅਤੇ ਕਾਨੂੰਨਾਂ ਨੂੰ ਵਾਪਸ ਲੈਣ ਦੇ ਵਿੱਚ 1 ਮਿੰਟ ਵੀ ਨਾ ਲਾਉਂਦਾ। ਉਹ ਕਹਿੰਦੇ ਸਾਰਾ
ਮੁਲਕ ਕਿਸਾਨੀ ਦਾ ਦਰਦ ਸਮਝ ਰਿਹਾ, ਉਹਨਾਂ ਦੀ ਹੋਂਦ ਵਾਸਤੇ ਲੜ ਰਿਹਾ, ਸੰਘਰਸ਼ ਦੇ ਨਾਲ ਖੜਾ ਹੈ। ਫਿਰ ਕਹਿੰਦੇ ਕੇਂਦਰ ਸਰਕਾਰ ਆੜ੍ਹਤੀਆਂ ਨੂੰ, ਆ ਮੰਡੀ ਸਿਸਟਮ ਨੂੰ ਖਾਰਜ ਕਰਨ ਦੀ ਬਜਾਏ ਮੌਜੂਦਾ ਪ੍ਰਣਾਲੀ ਨੂੰ ਬਰਕਰਾਰ ਰੱਖਣ ਦੇ ਵਿੱਚ ਹਿਚਕਚਾ ਕਿਉਂ ਰਹੀ ਹੈ। ਉਹਨਾਂ ਇਹ ਵੀ ਕਿਹਾ ਕਿ ਉਹ ਇਸ ਨੂੰ ਖਤਮ ਕਿਉਂ ਕਰ ਰਹੇ ਨੇ, ਮੈਨੂੰ ਤਾਂ ਹਜੇ ਤੱਕ ਕਹਿੰਦੇ ਇਹ ਸਮਝ ਨਹੀਂ ਆਇਆ। ਨਾ ਲੋਕ ਚਾਹੁੰਦੇ ਨੇ, ਨਾ ਆੜ੍ਹਤੀਆ ਚਾਹੁੰਦਾ, ਨਾ ਕਿਸਾਨ ਚਾਹੁੰਦਾ, ਫਿਰ ਖਤਮ ਕਿਉਂ? ਉਹਨਾਂ ਨੂੰ ਕਹਿੰਦੇ ਇਹ ਕਿਸਾਨਾਂ ਉੱਤੇ ਛੱਡ ਦੇਣਾ ਚਾਹੀਦਾ ਕਿ ਕਿਸਾਨ ਕੀ ਚਾਹੁੰਦੇ ਨੇ। ਉਹਨਾਂ ਇਹ ਵੀ ਕਿਹਾ ਕਿ ਕੋਈ ਵੀ ਪ੍ਰਾਈਵੇਟ ਖਰੀਦਦਾਰ ਨੂੰ ਖਰੀਦ ਤੋਂ ਨਹੀਂ ਰੋਕਦਾ, ਪਰ ਇਹ ਪੂਰੀ ਤਰ੍ਹਾਂ ਸਥਾਪਿਤ ਪ੍ਰਣਾਲੀ ਦੀ ਕੀਮਤ ਤੇ ਆਗਿਆ ਨਹੀਂ ਦੇਣੀ ਚਾਹੀਦੀ। ਜਿਸ ਸਿਸਟਮ ਨੇ ਕਿਸਾਨਾਂ ਨੂੰ ਦਹਾਕਿਆਂ ਤੋਂ ਫਾਇਦਾ ਪਹੁੰਚਾਇਆ ਤੇ ਪਹੁੰਚਾ ਰਿਹਾ ਹੈ, ਤੇ ਉਹਨੂੰ ਬਦਲਿਆ ਕਿਉਂ ਜਾ ਰਿਹਾ? ਉਹ ਕਹਿੰਦੇ ਮੈਂ ਭਾਰਤ ਸਰਕਾਰ ਕੋਲ ਮੰਗ ਰੱਖਦਾ ਕਿ MSP ਘੱਟੋ ਘੱਟ ਸਮਰਥਨ ਮੁੱਲ ਨੂੰ ਕਾਨੂੰਨੀ ਹੱਕ ਦੇਣ ਲਈ ਜੇ ਉਹ ਤਿਆਰ ਹੈ ਤਾਂ ਸੁਹਿਰਦਤਾ ਨਾਲ ਦਾਅਵਾ ਵੀ ਕਰ ਰਹੇ ਨੇ ਕਿ ਹਾਂ ਇਹ MSP ਜਾਰੀ ਰਹੇਗੀ। ਉਹ ਕਹਿੰਦੇ ਫਿਰ ਇਹਨੂੰ ਕਾਨੂੰਨੀ ਹੱਕ ਕਿਉਂ ਨਹੀਂ ਦਿੱਤਾ ਜਾ ਰਿਹਾ, ਹਿਚਕਚਾਹਟ ਕਿਉਂ? ਹੁਣ ਬਹੁਤ ਸਾਰੀਆਂ ਗੱਲਾਂ ਨੇ। ਇਹੋ ਹੀ ਗੱਲ ਜਿਹੜੀ ਕੈਪਟਨ ਅਮਰਿੰਦਰ ਸਿੰਘ ਆਖ ਰਹੇ ਨੇ ਪਿਛਲੀਆਂ ਮੀਟਿੰਗਾਂ ਦੇ ਵਿੱਚ ਕਿਸਾਨ ਆਗੂਆਂ ਨੇ ਕਿਹਾ ਸੀ। ਉਹ ਕਹਿੰਦੇ ਇੱਕ ਵਾਰੀ ਤੁਸੀਂ ਵਾਰ-ਵਾਰ ਆਖ ਰਹੇ ਹੋ ਸਾਨੂੰ ਇੱਕ ਪਾਸੇ ਕਿ MSP ਖਤਮ ਨਹੀਂ ਹੋਏਗੀ, MSP ਖਤਮ ਨਹੀਂ ਹੋਏਗੀ। ਉਹ ਕਹਿੰਦੇ ਫਿਰ ਕਾਨੂੰਨ 'ਚ ਲਿਖ ਦਿਓ। ਜਦੋਂ ਆਹ ਗੱਲ ਕਿਸਾਨ ਆਗੂ ਕੇਂਦਰੀ ਮੰਤਰੀ ਨੂੰ ਆਖਦੇ ਆ, ਫਿਰ ਉਹਨਾਂ ਨੂੰ ਦੰਦਲ ਪੈ ਜਾਂਦੀ ਹੈ, ਫਿਰ ਉਹਨਾਂ ਨੂੰ ਗੱਲ ਨਹੀਂ ਆਉਂਦੀ ਅੱਗੇ। ਉਹਨਾਂ ਕਿਹਾ ਜੇ MSP ਦੀ ਗਰੰਟੀ ਨਹੀਂ ਅਤੇ ਜੇਕਰ ਕਾਂਗਰਸ ਅਤੇ ਭਾਜਪਾ ਜੋ ਸਮਰਥਨ ਮੁੱਲ ਦੇ ਸਥਾਈ ਰਹਿਣ ਦਾ ਵਾਅਦਾ ਕਰਦੀ ਹੈ, ਉਹਨੂੰ ਛੱਡ ਕੇ ਹੋਰ ਰਾਜਸੀ ਪਾਰਟੀਆਂ ਕੇਂਦਰ ਦੇ ਵਿੱਚ ਸੱਤਾ ਚਾਹੁੰਦੀਆਂ ਨੇ, ਤਾਂ ਇਸ ਗੱਲ ਦੀ ਕੌਣ ਗਰੰਟੀ ਲਵੇਗਾ ਕਿ ਕਿਸਾਨਾਂ ਨੂੰ ਘੱਟੋ ਘੱਟ ਮੁੱਲ ਮਿਲਦਾ ਰਹੇਗਾ? ਹੁਣ ਮੁੱਖ ਮੰਤਰੀ ਪੰਜਾਬ ਤੋਂ ਹੀ ਇਹ ਸਾਰਾ ਅੰਦੋਲਨ ਦੀ ਸ਼ੁਰੂਆਤ ਹੋਈ ਹੈ। ਉਹ ਕਹਿੰਦੇ ਕਿ ਇਹ ਕੋਈ ਕਾਰਨ ਨਜ਼ਰ ਨਹੀਂ ਆਉਂਦਾ ਕਿ ਕੇਂਦਰ ਠੰਡ ਦੀ ਮਾਰ ਝੱਲ ਰਹੇ ਕਿਸਾਨਾਂ ਦੀ ਗੱਲ ਨਹੀਂ ਸੁਣ ਰਹੀ, ਉਹਨਾਂ ਦੀਆਂ ਚਿੰਤਾਵਾਂ ਦੇ ਹੱਲ ਕਿਉਂ ਨਹੀਂ ਕਰ ਰਹੀ, ਕਿਉਂ ਨਹੀਂ ਖੁਸ਼ੀ ਵਾਪਸ ਉਹਨਾਂ ਨੂੰ ਉਹਨਾਂ ਦੇ ਘਰ, ਉਹਨਾਂ ਦੇ ਪਰਿਵਾਰਾਂ ਵਿੱਚ ਭੇਜਿਆ ਜਾ ਰਿਹਾ। ਹੁਣ ਦੇਖੋ, ਇੱਕ ਪਾਸੇ ਮੀਟਿੰਗਾਂ ਦਾ ਦੌਰ ਚੱਲ ਰਿਹਾ, ਇੱਕ ਪਾਸੇ ਅਪੀਲਾਂ ਕੀਤੀਆਂ ਜਾ ਰਹੀਆਂ ਨੇ ਕਿ ਅੰਦੋਲਨ ਬੰਦ ਕਰ ਦਿਓ, ਇੱਕ ਪਾਸੇ ਸੋਧਾਂ ਦੀਆਂ ਗੱਲਾਂ ਹੁਣ ਨਾਲ ਤੋਰ ਲਈਆਂ ਨੇ, ਇੱਕ ਪਾਸੇ ਇਹ ਵੀ ਆਖਿਆ ਜਾ ਰਿਹਾ ਕਿ ਭਾਈ ਬਹੁਤ ਸਾਰੇ ਕਿਸਾਨ ਨੇ, ਕਿਉਂਕਿ ਹਰਿਆਣੇ ਦੇ ਵਿੱਚ ਕਈ ਜਥੇਬੰਦੀਆਂ ਦੀਆਂ ਖੜੀਆਂ ਕਰ ਲਈਆਂ ਜਿਹੜੀਆਂ ਕਹਿੰਦੀਆਂ ਕਿ ਇਹ ਕਾਨੂੰਨ ਸਾਨੂੰ ਚਾਹੀਦੇ ਨੇ। ਕਹਿਣ ਦਾ ਭਾਵ ਕਿ ਜਿਉਂ-ਜਿਉਂ ਇਸ ਅੰਦੋਲਨ ਦੇ ਵਿੱਚ ਲਮਕਾ ਪੈ ਰਿਹਾ ਹੈ, ਸਰਕਾਰੀ ਮਸ਼ੀਨਰੀ ਦੀ ਵਰਤੋਂ ਓਨੀ ਵਧਾਈ ਜਾ ਰਹੀ ਹੈ। ਘੱਟੋ ਘੱਟ ਕਿਸਾਨ ਨੂੰ ਇਹ ਲੱਗਦਾ ਕਿ ਸਾਡੇ ਉੱਤੇ ਹਮਲਾ ਹੋ ਗਿਆ, ਪਰ ਦੂਸਰੇ ਪਾਸੇ ਉਹ ਕਿਸਾਨ ਪਤਾ ਨਹੀਂ ਕਿਹੜਾ ਕਿਸਾਨ ਹੈ ਜਿਹੜਾ ਇਸ ਵਕਤ ਇੱਕ ਦੂਸਰੀ ਧਿਰ ਦੇ ਵਜੋਂ ਸਰਕਾਰ ਵੱਲੋਂ ਉਭਾਰਿਆ ਜਾ ਰਿਹਾ, ਪੈਰਲਲ ਖੜਾ ਕੀਤਾ ਜਾ ਰਿਹਾ ਹੈ, ਜਿਹੜਾ ਇਹ ਆਖ ਰਿਹਾ ਕਿ ਇਹ ਕਾਨੂੰਨ ਸਾਡੇ ਹੱਕ ਦੇ ਨੇ। ਕਿਉਂਕਿ ਬੀਤੇ ਦਿਨਾਂ ਦੇ ਵਿੱਚ ਇਸੇ ਤਰ੍ਹਾਂ ਦੀ ਇੱਕ ਜਥੇਬੰਦੀ ਹਰਿਆਣੇ 'ਚੋਂ ਉੱਠੀ ਹੈ। ਉਹਨਾਂ ਨੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੂੰ ਆਪਣਾ ਮੈਮੋਰੈਂਡਮ ਦਿੱਤਾ ਅਤੇ ਉਹਦੇ ਵਿੱਚ ਲਿਖਿਆ ਹੋਇਆ ਕਿ ਇਹ ਕਾਨੂੰਨ ਸਾਨੂੰ ਚਾਹੀਦੇ ਸਨ ਅਤੇ ਇਹ ਕਾਨੂੰਨ ਵਾਪਸ ਨਾ ਲਏ ਜਾਣ। ਹੁਣ ਜਦੋਂ ਪੈਰਲਲ ਇਸ ਤਰ੍ਹਾਂ ਦੀਆਂ ਜਥੇਬੰਦੀਆਂ ਖੜੀਆਂ, ਇਸ ਤਰ੍ਹਾਂ ਦੀਆਂ ਗੱਲਾਂ ਲੋਕਾਂ ਦੇ ਸਾਹਮਣੇ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ, ਤਾਂ ਜਿੰਨੀਆਂ ਜਥੇਬੰਦੀਆਂ ਸੰਘਰਸ਼ ਕਰ ਰਹੀਆਂ ਨੇ, ਜਿੰਨੇ ਕਿਸਾਨ ਇਸ ਵਕਤ ਸੰਘਰਸ਼ ਦੇ ਰਾਹ 'ਤੇ ਤੁਰੇ ਹੋਏ ਨੇ, ਉਹਨਾਂ ਨੂੰ ਸਮਝਣ ਦੀ ਜ਼ਰੂਰਤ ਹੈ ਕਿ ਹੋ ਸਕਦਾ ਬਹੁਤ ਸਾਰੀਆਂ ਸ਼ੁਰਲੀਆਂ ਛੱਡੀਆਂ ਜਾਣ, ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਤੁਹਾਡੇ ਖਿਲਾਫ ਖੜੇ ਕਰ ਦਿੱਤੇ ਜਾਣ। ਉਹਨਾਂ ਤੋਂ ਕਿਨਾਰਾ ਕਰਨ ਦੀ ਜ਼ਰੂਰਤ ਹੈ, ਉਹਨਾਂ ਦੀਆਂ ਚਾਲਾਂ ਨੂੰ ਸਮਝਣ ਦੀ ਜ਼ਰੂਰਤ ਹੈ ਅਤੇ ਇੱਕ ਇੱਕ ਕਦਮ ਫੂਕ ਕੇ ਪੁੱਟਣ ਦੀ ਜ਼ਰੂਰਤ ਹੈ ਅਤੇ ਉਹਨਾਂ ਨੂੰ ਅਣਗੌਲਿਆਂ ਕਰਨ ਦੀ ਜ਼ਰੂਰਤ ਹੈ ਕਿ ਜਦੋਂ ਸਾਨੂੰ ਜਿਹਦੀ ਜ਼ਰੂਰਤ ਹੈ ਅਸੀਂ ਵਰਤਣਾ ਕਿਸੇ ਨੂੰ ਨਹੀਂ, ਸਗੋਂ ਨਾਲ ਜੋੜਨਾ ਹੈ। ਜਿਸ ਤਰ੍ਹਾਂ ਪੰਜਾਬ ਤੇ ਹਰਿਆਣੇ ਨੂੰ ਪਾੜਨ ਦੀਆਂ ਕੋਸ਼ਿਸ਼ਾਂ ਲਗਾਤਾਰ ਰਹਿੰਦੀਆਂ ਸਰਕਾਰਾਂ ਦੀਆਂ, ਰਾਜਸੀ ਪਾਰਟੀ ਦੀਆਂ, ਪਰ ਜਿਹੜੇ ਤਰੀਕੇ ਨਾਲ ਹਰਿਆਣੇ ਤੇ ਪੰਜਾਬ ਦੇ ਕਿਸਾਨ ਇਕਜੁੱਟ ਹੋਏ, ਉਧਰੋਂ ਰਾਜਸਥਾਨ ਵਾਲੇ ਆ ਕੇ ਇਕਜੁੱਟ ਹੋ ਗਏ, ਯੂਪੀ ਵਾਲੇ, UK ਵਾਲੇ, MP ਵਾਲੇ, ਕੇਰਲਾ ਵਾਲੇ, ਗੁਜਰਾਤ ਵਾਲੇ, ਜਿਸ ਤਰ੍ਹਾਂ ਸਾਰੇ ਦੇ ਸਾਰੇ ਇਕਜੁੱਟ ਹੋ ਚੁੱਕੇ ਨੇ, ਇੱਥੋਂ ਇਹ ਪਤਾ ਲੱਗਦਾ ਕਿ ਸਰਕਾਰ ਭਾਵੇਂ ਚਾਹੇ ਭਾਵੇਂ ਨਾ ਚਾਹੇ, ਪਰ ਅੰਦੋਲਨ ਭਾਰਤ ਦੀ ਆਜ਼ਾਦੀ ਤੋਂ ਬਾਅਦ ਸਭ ਤੋਂ ਵੱਡਾ ਅੰਦੋਲਨ ਦਾ ਰੂਪ ਧਾਰਨ ਕਰ ਚੁੱਕਿਆ ਹੈ। ਬਹੁਤ ਸਾਰੇ ਕਾਨੂੰਨ ਅੱਜ ਤੱਕ ਸਮੇਂ ਦੀਆਂ ਸਰਕਾਰਾਂ ਬਣਾਉਂਦੀਆਂ ਰਹੀਆਂ ਨੇ, ਕਿਸੇ ਵੀ ਕਾਨੂੰਨ ਦੇ ਖਿਲਾਫ ਐਡਾ ਰੋਹ ਪੈਦਾ ਨਹੀਂ ਹੋ ਸਕਿਆ। ਕੋਈ ਇਸ ਤਰੀਕੇ ਨਾਲ ਸ਼ਾਂਤੀਪੂਰਨ ਸੰਘਰਸ਼ ਅੱਗੇ ਵਧ ਨਹੀਂ ਸਕਿਆ ਜਿਸ ਤਰੀਕੇ ਨਾਲ ਆਹ ਕਿਸਾਨੀ ਸੰਘਰਸ਼ ਵਧਿਆ ਹੋਇਆ ਹੈ। ਸ਼ਾਇਦ ਯਾਦ ਹੋਣਾ ਸਰਕਾਰ ਨੂੰ ਵੀ, ਜੇ ਨਹੀਂ ਹੋ ਤਾਂ ਇਤਿਹਾਸ ਪੜ੍ਹੇ, ਜਦੋਂ ਭੁੱਖਾ ਮਰ ਰਿਹਾ ਸੀ ਭਾਰਤ,
उस वक्त इस किसानी ने भारत का भी ढिड भरिया ਅਤੇ बाहर ਨੂੰ अनाज भेजण जोगा भी भारत ਨੂੰ ਕੀਤਾ। ਤੇ ਹੁਣ ਜਦੋਂ किसान ਨੂੰ उस अन्नदाते ਨੂੰ ਜ਼ਰੂਰਤ ਪਈ ਆ कि ਆਹ ਕਾਨੂੰਨ ਸਾਡੇ ਵਾਸਤੇ ਚੰਗੇ नहीं, तो फिर उसे अन्नदाते ਨੂੰ ਡਾਂਗਾਂ ਵੀ ਮਾਰੀਆਂ ਜਾ ਰਹੀਆਂ ਨੇ, ਪਾਣੀ ਦੀਆਂ ਵਾਛੜਾਂ ਵੀ ਮਾਰੀਆਂ ਜਾ ਰਹੀਆਂ ਨੇ ਅਤੇ ਉਹਨਾਂ ਤੇ ਹੰਝੂ ਗੈਸ ਤੇ ਗੋਲੇ ਵੀ ਸੁੱਟੇ ਜਾ ਰਹੇ ਨੇ। ਆਪਣੇ ਮੁਲਕ ਦੀ ਰਾਜਧਾਨੀ ਦੇ ਵਿੱਚ ਉਹਨਾਂ ਨੂੰ ਵੜਨ ਤੋਂ ਰੋਕਿਆ ਜਾ ਰਿਹਾ ਹੈ, ਬੈਰੀਕੇਡਿੰਗ ਕੀਤੀ ਜਾ ਰਹੀ ਹੈ। ਪਰ ਚੰਗਾ ਹੋਇਆ शायद जेकर चुप चपीते इन्हां नूं जाण दिता जाता, शायद दुनिया भर दे विच इह खबर इन्नी वड्डी चर्चा का रूप ना धारण करती। हुण भावें कोई कुछ आखे, किसान आगू सारे किसान जिहड़े धरनियां ते बैठे आ वो हाल तक वधाई दे पात्र ने, जिन्हां ने भी इस मोर्चे दे विच संघर्ष दे विच योगदान पाया है। ਤੁਹਾਨੂੰ पता है कि बीते कई दिनों के भी बहुत सारे किसान ने जिन्हों दी मौतां हुई ने, अज इस तरह दी कुछ खबर होर मिलियां ने। जानकारी मिल रही है कि ਸਿੰਘੂ बॉर्डर पर चल रहे इस अंदोलन के विच मंगलवार वाले दिन एक होर किसान की मौत हुई है। परिवार वालों के दस्सण मुताबक वो रात को खाना खा के सुते पर सवेरे नहीं उठे। कुंडली थाना पुलिस ने लाश कब्जे में लैके पोस्टमार्टम लई सोनीपत हस्पताल दे विच भजवा दित्ती सी ਅਤੇ मृतक की पहचान 32 वरियां दे अजय पिंड बड़ौदा सोनीपत के तौर पर की गई है। अजय कोल सिर्फ 1 एकड़ जमीन सी ਅਤੇ ਉਹ होर जमीन ठेके ते लैके नाल खेती करता सी। मृतक के परिवार वाले ने दस्सिया कि अजय की मौत ठंड लगन के कारण हुई दसी जा रही है। दसना बनता कि खेतीबाड़ी कानूनों समेत कई मंगां नूं लैके बहुत सारे किसान ने ਵੱਖੋ-ਵੱਖ सूबियां दे जिहड़े दिल्ली बॉर्डर ते बीते 13 दिनों तो डटे हुए ने। हज़ारां की गिणती नहीं सगों लखां की गिणती विच एक किसान बैठे है ਅਤੇ ਇਹ किसान आपो अपने ट्रैक्टर ट्रालियां जोड़ के आए है। दिन भी ਅਤੇ रात भी सर्दी के मौसम के विच इस बॉर्डर पर बैठ के कट रहे हैं। किसानों के हौसले बुलंद ने। कोई ਸਿੰਘੂ बॉर्डर पर बैठा है, कोई टिकरी बॉर्डर पर बैठा है, कोई गाजीपुर बॉर्डर पर बैठा है, कोई चिल्ला बॉर्डर पर बैठा है। इस वक्त किसानों का वड्डा इकट्ठ है जिन्होंने विरोधी धिरां का समर्थन भी मिल रहा है ਅਤੇ 13 दिन बीत चुके हैं। 9 किसानों की हुण तक इत्थे मौत हो चुकी है। ਅਤੇ ਇਹਦੇ ਨਾਲ ਜਦੋਂ ਭਾਰਤ ਬੰਦ वाला दिन सी ना, खबर पंजाब ਦੇ ਵਿੱਚੋਂ भी ਮੰਦਭਾਗੀਆਂ ਮਿਲੀਆਂ ਨੇ। ਭਵਾਨੀਗੜ੍ਹ ਦੇ ਨੇੜੇ ਪੈਂਦਾ ਕਾਲਾ ਝਾੜ ਟੋਲ ਪਲਾਜ਼ਾ, ਉੱਥੇ भी ਧਰਨਾ ਚੱਲ ਰਿਹਾ ਸੀ। ਜਾਣਕਾਰੀ ਮਿਲੀ ਹੈ कि ਪਿੰਡ ਘਰਾਚੋਂ ਦੀ ਬਜ਼ੁਰਗ ਔਰਤ ਜਿਨ੍ਹਾਂ ਦੀ ਉਮਰ 70 ਵਰੇ ਦੱਸੀ ਗਈ ਹੈ, ਨਾਂ ਸੀ ਗੁਰਮੇਲ ਕੌਰ, ਇਸ ਧਰਨੇ ਤੇ ਬੈਠੇ ਉਹਨਾਂ ਨੂੰ ਦਿਲ ਦਾ ਦੌਰਾ ਪਿਆ ਤੇ ਉਹਨਾਂ ਦੀ ਮੌਤ ਹੋ ਗਈ। ਇਸੇ ਤਰ੍ਹਾਂ ਮੋਗਾ ਦੇ ਪਿੰਡ ਖੋਟਿਆਂ ਤੋਂ ਖਬਰ ਮਿਲੀ ਹੈ कि दिल्ली धरना देण आए सी 45 वरियां दे किसान मेवा सिंह, उन्हां दी भी दिल दा दौरा पैण दे कारण मौत हो गई। किसान मेवा सिंह की मौत जदों उन्हां दे पिंड पहुंची तां सोग दी लहर दौड़ी है। परिवारक मैंबरां ने दस्सिआ कि सेवा सिंह बीते 7 दिनों तो दिल्ली धरने ते गए हुए सी ਅਤੇ किसानी हक्की मंगां दे संघर्ष के वास्ते उजूझ रहे सन। लगातार एक तो बाद एक 3 मौतों की खबर इस संघर्ष के विचों आई है। सो हुण ठंड वध रही है, ठंड का प्रकोप वध रहा है, पर हाले भी किसान जिद्द है। तो किसान ने दस दिता है कि गुरु का लंगर की हुंदा है, शांति की हुंदी है, एका की हुंदा है। अपनियां हक्की मंगां मनाउण वास्ते धरने ते संघर्ष नूं किवें अगे वधाया ते चलाया जा सकदा है ते सरकार की नींद हराम करके रख दी है। उन्होंने शायद इस गल का इल्म नहीं सी कि किसान इन्ने एके नाल, क्योंकि वो तो शायद इन्हों जट बूट जी समझी गए, वो तो शायद इन्हों बेअकली समझी जाते होणगे, वो तो शायद इन्हों बेवकूफ़ी समझी जाते होणगे। पर उन्होंने दस दिता कि जिहड़े तर्क नाल, जिहड़े दलील नाल वो मीटिंग में जाके गल करते हैं, वड्डे वड्डियां दी बोलती बंद कराउंदे हैं। ते दूसरी गल ये रही, अज तक लोगों के विच ये धारणा प्रचलित है कि भीड़ां काबू नहीं कीतियां जा सकदियां, भीड़ां दी कोई अगवाई नहीं कर सकदा। पर देखो तुसीं किहड़े तरीके नाल भीड़ां दी अगवाई हो रही है, किहड़े तरीके नाल किवें लामबंदी दे नाल इस मोर्चे नूं अगे कदम दर कदम वधाया जा रहा है। जिहड़े केंद्रीय गृह मंत्री हाले तक मीटिंग दे विच बैठना नहीं सी लोचदे, उन्हां नूं इकल्लिआं नूं मीटिंग करनी पै गई, क्योंकि जदों देखिया कि समुचे भारत दे विच हज़ारां थावां ते बंद होया ਅਤੇ बंद नूं बगैर किसी जोर जबरी लोकां ने दिलों समर्थन दिता ते उन्हां दीआं किंगरे हिलण लग पए, हवेलियां हिलण लग पईआं कि असीं सोचदे नहीं सी कि शायद पंजाब दे विचों इह संघर्ष उठिआ पंजाब तक सीमित होकर रह जाएगा। उन्होंने नहीं सी सोचिया
ਕਿ ਜਿਹੜੇ ਲੋਕਾਂ ਨੂੰ ਅਸੀਂ ਪਦਮ ਸ਼੍ਰੀ, ਪਦਮ ਵਿਭੂਸ਼ਣ ਤੇ ਹੋਰ ਵੱਡੇ ਵੱਡੇ ਅਵਾਰਡ, ਦਰੋਣਾਚਾਰੀਆ ਅਵਾਰਡ, ਅਰਜਨ ਅਵਾਰਡ ਇਹ ਦਿੱਤੇ ਹੋਏ ਨੇ, ਉਹ ਵਾਪਸ ਕਰਨ ਲੱਗ ਜਾਣਗੇ। ਕਿਉਂਕਿ ਜ਼ਿੰਦਗੀ ਭਰ ਦੀ ਕਮਾਈ ਹੁੰਦੀ ਹੈ ਇਹ ਅਵਾਰਡ ਪ੍ਰਾਪਤ ਕਰਨਾ। ਤੁਸੀਂ ਦੇਖੋ ਕਿ ਉਹ ਕਿਸਾਨ ਸੰਘਰਸ਼ ਦੇ ਨਾਲ ਕਿਵੇਂ ਦਿਲੋਂ ਜੁੜ ਚੁੱਕੇ ਹੈ। ਰੋਜ਼ਾਨਾ ਬਹੁਤ ਸਾਰੇ ਲੋਕ ਤਾਂ ਜਿਹੜੇ ਅਵਾਰਡ ਮਿਲੇ ਹੋਏ ਨੇ ਉਹ ਵਾਪਸ ਕਰ ਰਹੇ ਹੈ। ਕੁਝ ਲੋਕ ਉਹ ਨੇ ਜਿਨ੍ਹਾਂ ਨੂੰ ਅਵਾਰਡ ਦੇਣ ਦੇ ਐਲਾਨ ਹੋਏ ਨੇ, ਉਹਨਾਂ ਨੇ ਪਹਿਲਾਂ ਹੀ ਹੱਥ ਜੋੜ ਦਿੱਤੇ ਆ ਕਿ ਅਸੀਂ ਅਵਾਰਡ ਨਹੀਂ ਲੈਣਾ ਚਾਹੁੰਦੇ। ਤੁਸੀਂ ਅੰਨਦਾਤਾ ਸੜਕਾਂ ਤੇ ਬੈਠਾ ਤੇ ਅਸੀਂ ਕਿਸਾਨਾਂ ਦੇ ਘਰ ਪੈਦਾ ਹੋਏ ਹਾਂ, ਤੇ ਜਦੋਂ ਤੁਸੀਂ ਸਾਡੀ ਕੋਈ ਸੁਣ ਨਹੀਂ ਰਹੇ, ਸਾਨੂੰ ਤੁਹਾਡੇ ਵੱਲੋਂ ਕਿਸੇ ਤਰ੍ਹਾਂ ਦੇ ਮਾਣ ਸਨਮਾਨ ਅਵਾਰਡਾਂ ਦੀ ਜ਼ਰੂਰਤ ਨਹੀਂ। ਤੇ ਆਹ ਖਬਰ ਬੜੀ ਇੰਪੋਰਟੈਂਟ ਖਬਰ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉਹਨਾਂ ਨੂੰ ਹਾਲੇ ਤੱਕ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਵਾਸਤੇ ਸਮਾਂ ਨਹੀਂ ਜਾਂ ਜ਼ਰੂਰਤ ਨਹੀਂ ਮਹਿਸੂਸ ਕਰ ਰਹੇ। ਪਰ ਜਾਣਕਾਰੀ ਮਿਲ ਰਹੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਖੁਦ ਫੋਨ ਕੀਤਾ। ਕਿਉਂਕਿ ਤੁਹਾਨੂੰ ਯਾਦ ਹੋਣਾ ਹੈ ਕਿ ਪਿਛਲਾ 22 ਵਰ੍ਹਿਆਂ ਦਾ ਨਾਤਾ ਤਾਂ ਐਨਡੀਏ ਦੇ ਨਾਲ ਸੀ, ਪਰ ਜਦੋਂ ਇੱਕ ਖਾਸ ਫਿਰਕੇ ਦੇ ਵਾਸਤੇ ਨਰਿੰਦਰ ਮੋਦੀ ਪ੍ਰਚਾਰ ਕਰਿਆ ਕਰਦੇ ਸੀ, ਪੰਜਾਬ ਦੇ ਵਿੱਚ ਰਹਿੰਦੇ ਸੀ, ਉਸ ਵੇਲੇ ਪ੍ਰਕਾਸ਼ ਸਿੰਘ ਬਾਦਲ ਇਹਨਾਂ ਨੂੰ ਕਾਫੀ ਕਹਿੰਦੇ ਫੰਡਿੰਗ ਵੀ ਕਰਿਆ ਕਰਦੇ ਸੀ। ਪ੍ਰਕਾਸ਼ ਸਿੰਘ ਬਾਦਲ ਨਾਲ ਬੜੀਆਂ ਪੁਰਾਣੀਆਂ ਨਜ਼ਦੀਕੀਆਂ ਨੇ। ਤੁਹਾਨੂੰ ਯਾਦ ਹੋਊ ਜਦੋਂ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਸੀ, ਉੱਥੇ ਇੱਕੋ ਇੱਕ ਨੇਤਾ ਸੀ ਜਿਨ੍ਹਾਂ ਦੇ ਪੈਰੀਂ ਹੱਥ ਲਾਏ ਸਨ ਨਰਿੰਦਰ ਮੋਦੀ ਨੇ, ਉਹ ਪ੍ਰਕਾਸ਼ ਸਿੰਘ ਬਾਦਲ ਸੀ। ਅੱਜ ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਦਿਨ ਹੈ। ਹੁਣ ਇਹ ਤਾਂ ਨਹੀਂ ਵੀ ਪਤਾ ਕਿ ਇਹ ਜਨਮ ਦਿਨ ਸਹੀ ਹੈ ਜਾਂ ਗਲਤ ਹੈ। ਕਹਿੰਦੇ 93 ਸਾਲ ਦੇ ਹੋ ਗਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਜਨਮ ਦਿਨ ਦੀ ਮੁਬਾਰਕਬਾਦ ਦਿੱਤੀ ਹੈ। ਸੂਤਰਾਂ ਨੇ ਦੱਸਿਆ ਕਿ ਮੋਦੀ ਸਾਹਿਬ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਫੋਨ ਕਰਕੇ ਉਚੇਚੇ ਤੌਰ ਤੇ ਵਧਾਈ ਦਿੱਤੀ ਹੈ। ਗੱਲਬਾਤ ਉਹਨਾਂ ਦੀ ਹੋਰ ਵੀ ਹੋਈ ਹੈ, ਪਰ ਇਸ ਗੱਲਬਾਤ ਦਾ ਹੋਰ ਵੇਰਵਾ ਸਾਂਝਾ ਨਹੀਂ ਕੀਤਾ ਗਿਆ। ਪ੍ਰਧਾਨ ਮੰਤਰੀ ਨੇ ਉਹਨਾਂ ਨੂੰ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਇੰਨਾ ਕਹਿੰਦੇ ਜ਼ਰੂਰ ਦੱਸਿਆ ਗਿਆ ਕਿ ਚੰਗੀ ਸਿਹਤ ਦੀ ਕਾਮਨਾ ਕੀਤੀ ਹੈ। ਹੁਣ ਪ੍ਰਕਾਸ਼ ਸਿੰਘ ਬਾਦਲ ਅਤੇ ਨਰਿੰਦਰ ਮੋਦੀ ਇੱਕ ਦੂਸਰੇ ਦੇ ਕਾਫੀ ਨੇੜੇ। ਕਈ ਵਾਰੀ ਵੇਖਿਆ ਗਿਆ ਕਿ ਪ੍ਰਧਾਨ ਮੰਤਰੀ ਮੋਦੀ ਜਿਵੇਂ ਬਾਦਲ ਨੂੰ ਮਿਲਦੇ ਆ, ਜਿਵੇਂ ਸਤਿਕਾਰ ਦਿੰਦੇ ਆ, ਜਿਵੇਂ ਉਹਨਾਂ ਦੇ ਪੈਰੀਂ ਹੱਥ ਲਾਉਂਦੇ ਆ, ਜਿਵੇਂ ਉਹਨਾਂ ਤੋਂ ਅਸ਼ੀਰਵਾਦ ਲੈਂਦੇ ਆ। ਆਹ ਵੇਲਾ ਹੈ ਪ੍ਰਕਾਸ਼ ਸਿੰਘ ਬਾਦਲ ਨੂੰ ਹੁਣ ਇਸ ਮਾਣ ਸਨਮਾਨ ਦੀ ਪਰਖ ਕਰਨ ਦਾ। ਜਿਹੜੇ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਨੇ ਭਾਰਤ ਬੰਦ ਕੀਤਾ ਹੋਇਆ, ਦਿੱਲੀ ਦੇ ਬਾਰਡਰ ਤੇ ਜਾ ਕੇ ਬੈਠੇ ਹੋਏ ਨੇ। ਕਾਂਗਰਸ ਸਮੇਤ ਅਕਾਲੀ ਦਲ ਨੇ ਵੀ ਇਹਦਾ ਹੁਣ ਸਮਰਥਨ ਕੀਤਾ ਸੀ। 24-25 ਹੋਰ ਸਿਆਸੀ ਪਾਰਟੀਆਂ ਨੇ ਜਿਨ੍ਹਾਂ ਨੇ ਭਾਰਤ ਬੰਦ ਨੂੰ ਵੀ ਸਮਰਥਨ ਦਿੱਤਾ ਹੈ, ਅਤੇ ਉਹ ਆਖ ਰਹੇ ਨੇ ਜਿੰਨੀਆਂ ਵੀ ਵਿਰੋਧੀ ਪਾਰਟੀਆਂ ਨੇ ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਜਾਂ ਉਹਨਾਂ ਦੇ ਥੋੜ੍ਹੇ ਜਿਹੇ ਐਲਾਈਜ਼ ਨੇ ਕਿ ਭਾਈ ਇਹ ਕਾਨੂੰਨ ਵਾਪਸ ਲੈ ਲਓ। ਜਦੋਂ ਹੁਣ ਇੱਕ ਪਾਸੇ ਭਾਰਤ ਦਾ ਪ੍ਰਧਾਨ ਮੰਤਰੀ ਜਿਹਦੀ ਹਾਂ ਜਾਂ ਨਾ ਦੇ ਉੱਤੇ ਸਾਰਾ ਕੁਝ ਟਿਕਿਆ ਹੋਇਆ, ਉਹ ਪ੍ਰਕਾਸ਼ ਸਿੰਘ ਬਾਦਲ ਨੂੰ ਖੁਦ ਫੋਨ ਕਰਦਾ ਹੈ, ਤੇ ਘੱਟੋ ਘੱਟ ਕਿਤੇ ਨਾ ਕਿਤੇ ਧੱਕਾ ਮਾਰ ਦੇਣਾ ਚਾਹੀਦਾ। ਭਾਵੇਂ ਪੂਰੇ ਵੇਰਵੇ ਸਾਹਮਣੇ ਨਹੀਂ ਆਏ, ਪਰ ਪਿਛਲੇ ਦਿਨੀ ਤੁਹਾਨੂੰ ਯਾਦ ਹੋਣਾ ਹੈ ਕਿ ਜਦੋਂ ਪਦਮ ਵਿਭੂਸ਼ਣ ਮੋੜਿਆ ਸੀ ਵਾਪਸ ਕਰਨ ਦਾ ਪ੍ਰਕਾਸ਼ ਸਿੰਘ ਬਾਦਲ ਨੇ ਐਲਾਨ ਕੀਤਾ ਸੀ, ਪੰਜਾਬ ਦੀਆਂ ਕਈ ਖੇਡ ਸ਼ਖਸੀਅਤਾਂ ਨੇ ਕਿਸਾਨ ਅੰਦੋਲਨ ਦਾ ਸਮਰਥਨ ਕਰਦੇ ਹੋਏ ਆਪਣੇ ਅਵਾਰਡ ਵਾਪਸ ਕਰਨ ਦਾ ਐਲਾਨ ਕੀਤਾ ਸੀ। ਤੇ ਉਦੋਂ ਲੱਗਦਾ ਸੀ ਕਿ ਸ਼ਾਇਦ ਕਿਤੇ ਨਾ ਕਿਤੇ ਇਹ ਜਿਹੜਾ ਰੋਸ ਹੈ ਸਰਕਾਰ ਦੇ ਜਿਹੜੇ ਬੋਲੇ ਕੰਨ ਨੇ ਉਹਨਾਂ ਤੱਕ ਜ਼ਰੂਰ ਪਹੁੰਚੂਗਾ। ਤੇ ਹੁਣ ਤਾਂ ਪੰਜਾਬ ਤੋਂ, ਹਰਿਆਣੇ ਤੋਂ, ਯੂਪੀ ਤੋਂ ਤੇ ਹੋਰਨਾਂ ਸੂਬਿਆਂ ਤੋਂ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਕਿਸਾਨ ਸੰਘਰਸ਼ ਦੇ ਰਾਹ ਤੇ ਤੁਰੇ ਹੋਏ ਨੇ। ਤੇ ਦੂਜੇ ਪਾਸੇ ਜਦੋਂ ਪ੍ਰਕਾਸ਼ ਸਿੰਘ ਬਾਦਲ ਨਾਲ ਮੋਦੀ ਦੀ ਸਿੱਧਮ ਸਿੱਧੀ ਗੱਲ ਹੋ ਰਹੀ ਹੈ, ਘੱਟੋ ਘੱਟ ਇੰਨਾ ਕੁ ਤਾਂ ਕਹਿਣਾ ਬਣਦਾ ਸੀ ਕਿ ਜੇ ਤੁਸੀਂ ਮੇਰਾ ਸੱਚੀ ਮੁੱਚੀ ਮਾਣ ਕਰਦੇ ਹੋ, ਸੱਚੀ ਮੁੱਚੀ ਸਨਮਾਨ ਕਰਦੇ ਹੋ, ਤੇ ਇਸ ਆਖਰੀ ਜ਼ਿੰਦਗੀ ਦੇ ਪੜਾਅ ਦੇ ਉੱਤੇ ਕੋਈ ਗੱਲ ਮੇਰੀ ਸੁਣਨੀ ਚਾਹੁੰਦੇ ਹੋ, ਤੇ ਮੇਰੇ ਖਿਆਲ ਦੇ ਵਿੱਚ ਆ ਜਿਹੜਾ ਬ੍ਰਹਮਾਸਤਰ ਇਹ ਚਲਾ ਲੈਣਾ ਚਾਹੀਦਾ ਪ੍ਰਕਾਸ਼ ਸਿੰਘ ਬਾਦਲ ਨੂੰ। ਹੋ ਸਕਦਾ ਹੈ ਬਹੁਤ ਸਾਰੀਆਂ ਗਲਤੀਆਂ ਜਿਨ੍ਹਾਂ ਕਰਕੇ ਲੋਕ ਇਸ ਵਕਤ ਸ਼੍ਰੋਮਣੀ ਅਕਾਲੀ ਦਲ ਤੇ ਇਸ ਨੇਤਾ ਦੇ ਨਾਲ ਨਾਰਾਜ਼ ਨੇ, ਜੇ ਕਿਤੇ ਇਸ ਤਰ੍ਹਾਂ ਦਾ ਹਾਂ ਦਾ ਨਾਰਾ ਸੱਚੇ ਦਿਲੋਂ ਕਿਸਾਨਾਂ ਦੇ ਹੱਕ ਵਿੱਚ ਮਾਰ ਦੇਣ, ਨਾਲੇ ਇਹ ਪਤਾ ਲੱਗ ਜੂ ਕਿ ਕੀ ਸੱਚੀ ਮੁੱਚੀ ਮਾਣ ਕਰਦੇ ਵੀ ਹੈ ਪ੍ਰਕਾਸ਼ ਸਿੰਘ ਬਾਦਲ ਦਾ। ਭਾਰਤ ਬੰਦ ਹੋ ਕੇ ਹਟਿਆ, ਸਮੁੱਚੇ ਭਾਰਤ ਦੇ ਲੋਕਾਂ ਨੇ ਉਸ ਨੂੰ ਸਮਰਥਨ ਦਿੱਤਾ ਹੈ, ਤੇ ਹੁਣ 11 ਤਰੀਕ ਨੂੰ ਮੁਲਕ ਵਿਆਪੀ ਫਿਰ ਤੋਂ ਹੜਤਾਲ ਦਾ ਐਲਾਨ ਕਰ ਦਿੱਤਾ ਹੈ। ਇਹ ਐਲਾਨ ਕੀਤਾ ਅਸਲ ਦੇ ਵਿੱਚ ਆਯੁਰਵੇਦ ਦੇ ਡਾਕਟਰਾਂ ਨੂੰ ਸਰਜਰੀ ਦੀ ਮਨਜ਼ੂਰੀ ਦੇ ਦਿੱਤੀ ਹੈ। ਮਨਜ਼ੂਰੀ ਦਿੱਤੇ ਜਾਣ ਦੇ ਕੇਂਦਰ ਸਰਕਾਰ ਦੇ ਫੈਸਲੇ ਦੇ ਖਿਲਾਫ ਇੰਡੀਅਨ ਮੈਡੀਕਲ ਐਸੋਸੀਏਸ਼ਨ, ਜਿਸ ਨੂੰ IMA ਕਹਿੰਦੇ ਹੈ, ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਅਗਵਾਈ ਦੇ ਵਿੱਚ ਡਾਕਟਰਾਂ ਨੇ ਸੜਕਾਂ ਤੇ ਉਤਰ ਕੇ ਇਸ ਗੱਲ ਦਾ ਐਲਾਨ ਕੀਤਾ। ਉਹਨਾਂ ਨੇ ਥਾਂ ਥਾਂ ਦੇ ਉੱਤੇ ਪ੍ਰਦਰਸ਼ਨ ਕੀਤਾ
ਅਤੇ ਕੇਂਦਰ ਤੋਂ ਆਯੁਰਵੇਦ ਦੇ ਡਾਕਟਰਾਂ ਨੂੰ ਸਰਜਰੀ ਦੀ ਮਨਜ਼ੂਰੀ ਦੇਣ ਵਾਲਾ ਨੋਟੀਫਿਕੇਸ਼ਨ ਵਾਪਸ ਕਰਨ ਦੀ ਮੰਗ ਕੀਤੀ ਹੈ। IMA ਨੇ ਭਾਰਤ ਵਿੱਚ ਲਗਭਗ 10,000 ਥਾਵਾਂ ਤੇ ਪ੍ਰਦਰਸ਼ਨ ਕਰਕੇ ਐਲੋਪੈਥੀ ਦੇ ਡਾਕਟਰਾਂ ਦੀ ਇਕਜੁੱਟਤਾ ਦਾ ਦਾਅਵਾ ਕੀਤਾ ਹੈ। ਦਿੱਲੀ 'ਚ ਵੀ 5 ਥਾਵਾਂ ਤੇ ਪ੍ਰਦਰਸ਼ਨ ਹੋਇਆ। ਏਮਜ਼ ਦੇ ਮੁੱਖ ਗੇਟ ਦੇ ਨੇੜੇ ਸੰਸਥਾ ਦੇ ਕੁਝ ਰੈਜ਼ੀਡੈਂਟ ਡਾਕਟਰਾਂ ਨੇ ਦੁਪਹਿਰ 'ਚ ਘੱਟੋ-ਘੱਟ 2 ਘੰਟੇ ਪ੍ਰਦਰਸ਼ਨ ਕੀਤਾ। IMA ਨੇ 11 ਦਸੰਬਰ ਨੂੰ ਇਸ ਮੁੱਦੇ ਤੇ ਦੇਸ਼ ਵਿਆਪੀ ਹਸਪਤਾਲਾਂ ਵਿੱਚ 1 ਦਿਨ ਦੀ ਹੜਤਾਲ ਦਾ ਵੀ ਐਲਾਨ ਕਰ ਦਿੱਤਾ ਹੈ। ਉਹਨਾਂ ਦਾ ਕਹਿਣਾ ਹੈ ਕਿ 11 ਦਸੰਬਰ ਨੂੰ ਪ੍ਰਾਈਵੇਟ ਅਤੇ ਸਰਕਾਰੀ ਹਸਪਤਾਲਾਂ ਨੂੰ ਗੈਰ ਜ਼ਰੂਰੀ ਸੇਵਾਵਾਂ ਬੰਦ ਰੱਖਣੀਆਂ ਪੈਣਗੀਆਂ, ਪਰ ਕੋਵਿਡ ਦੇ ਮਰੀਜ਼ਾਂ ਦਾ ਇਲਾਜ ਅਤੇ ਐਮਰਜੈਂਸੀ ਸੇਵਾਵਾਂ ਅਸੀਂ ਪ੍ਰਭਾਵਿਤ ਨਹੀਂ ਹੋਣ ਦਿਆਂਗੇ। ਰੂਟੀਨ ਸਰਜਰੀ ਅਤੇ OPD ਬੰਦ ਰਹੇਗੀ। ਹੁਣ ਤੁਸੀਂ ਦੇਖੋ ਕਿ ਸਰਕਾਰ ਇੱਕ ਤੋਂ ਬਾਅਦ ਇੱਕ ਕਿਸ ਤਰ੍ਹਾਂ ਦੇ ਫੈਸਲੇ ਲੈ ਰਹੀ ਹੈ। ਹਰ ਇੱਕ ਜਥੇਬੰਦੀ ਜਿਹਦੇ ਨਾਲ ਉਹ ਸੰਬੰਧਿਤ ਕਾਨੂੰਨ ਹੈ, ਹੜਤਾਲ ਤੇ ਰੋਸ ਰੈਲੀ ਧਰਨਿਆਂ ਤੇ ਆਉਣ ਵਾਸਤੇ ਉਸ ਨੂੰ ਮਜਬੂਰ ਹੋਣਾ ਪੈ ਰਿਹਾ। ਪਰ ਦੂਸਰੇ ਪਾਸੇ ਪ੍ਰਧਾਨ ਮੰਤਰੀ ਸਾਹਿਬ ਜਦੋਂ ਕਿਤੇ ਮੀਟਿੰਗ ਨੂੰ ਸੰਬੋਧਨ ਕਰਦੇ ਹੈ, ਕਿਤੇ ਕੋਈ ਉਦਘਾਟਨ ਕਰਨ ਜਾਂਦੇ ਹੈ, ਉੱਥੇ ਉਹ ਇਸ ਗੱਲ ਦਾ ਜ਼ਿਕਰ ਕਰਨਾ ਨਹੀਂ ਭੁੱਲਦੇ। ਪਿਛਲੇ 6 ਸਾਲ ਦੇਖੋ, ਜਿਹੜੇ ਕਾਨੂੰਨ ਸਾਡੀ ਸਰਕਾਰ ਨੇ ਬਣਾਏ ਨੇ ਉਹਦੇ ਨਾਲ ਭਾਰਤ ਦਾ ਸੁਧਾਰ ਹੋ ਰਿਹਾ। ਨਾਲ ਉਹ ਇਹ ਜ਼ਿਕਰ ਕਰਦੇ ਆ ਕਿ ਉਹਨਾਂ ਸੁਧਾਰਾਂ ਤੋਂ ਬਾਅਦ ਤੁਸੀਂ ਚੋਣ ਨਤੀਜੇ ਦੇਖੋ। ਪਿਛਲੀ 2014 ਦੀ ਲੋਕ ਸਭਾ ਚੋਣ ਤੋਂ ਬਾਅਦ 2019 ਦੀ ਲੋਕ ਸਭਾ ਚੋਣ ਵਿੱਚ ਕਹਿੰਦੇ ਸਾਡੇ ਕੋਲ ਸੀਟਾਂ ਵਧੀਆਂ। ਹੁਣ ਬਿਹਾਰ ਦੀਆਂ ਚੋਣਾਂ ਹੋਈਆਂ ਨੇ, ਅਸੀਂ ਸਭ ਤੋਂ ਵੱਧ ਕਹਿੰਦੇ ਸੀਟਾਂ ਪ੍ਰਾਪਤ ਕੀਤੀਆਂ। ਕਹਿਣ ਦਾ ਭਾਵ ਉਹਨਾਂ ਨੂੰ ਇਹ ਲੱਗਦਾ ਹੈ ਕਿ ਜਿਹੜੇ ਕਾਨੂੰਨ ਜਾਂ ਜਿਹੜੇ ਸੁਧਾਰ ਕਾਨੂੰਨ ਅਸੀਂ ਕਹਿੰਦੇ ਹਾਂ, ਜਿਹੜੇ ਅਸੀਂ ਲਾਗੂ ਕਰ ਰਹੇ ਹਾਂ, ਲੋਕ ਉਹਨਾਂ ਨੂੰ ਪਸੰਦ ਕਰ ਰਹੇ ਨੇ। ਪਰ ਮੋਦੀ ਸਾਹਿਬ, ਦੂਰ ਜਾਣ ਦੀ ਲੋੜ ਨਹੀਂ, ਕਿਸੇ ਵਿਦੇਸ਼ੀ ਦੌਰੇ ਦੀ ਜ਼ਰੂਰਤ ਨਹੀਂ। ਕਾਰ ਚੁੱਕਿਓ, ਭਾਵੇਂ ਹੈਲੀਕਾਪਟਰ ਲੈ ਲਓ, ਤੁਹਾਡੇ ਕੋਲ ਸਭ ਕੁਝ ਸਾਧਨ ਉਪਲਬਧ ਨੇ। ਉੱਪਰੋਂ ਭਾਵੇਂ ਹਵਾ 'ਚ ਬੈਠ ਕੇ ਤੱਕ ਲਓ ਕਿ ਦਿੱਲੀ ਦੇ 4 ਚੁਫੇਰੇ ਤੁਹਾਡੇ ਸੁਧਾਰਾਂ ਵਾਲੇ ਕਾਨੂੰਨਾਂ ਨੂੰ ਸਮਰਥਨ ਦੇਣ ਵਾਲੇ ਜਾਂ ਵਿਰੋਧ ਕਰਨ ਵਾਲੇ ਕਿੰਨੇ ਕੁ ਨਜ਼ਰ ਆਉਂਦੇ ਨੇ। ਸੋ ਦੋਸਤੋ, ਇਹ ਸੀ ਅੱਜ ਦਾ ਪ੍ਰੋਗਰਾਮ। ਉਮੀਦ ਹੈ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਜੇਕਰ ਚੰਗਾ ਲੱਗਿਆ ਲਾਈਕ ਵੀ ਕਰ ਦਿਓ, ਸ਼ੇਅਰ ਵੀ ਕਰ ਦਿਓ ਤੇ ਸਾਡੇ ਪ੍ਰੋਗਰਾਮ ਨੂੰ, ਇਸ ਚੈਨਲ ਨੂੰ ਸਬਸਕ੍ਰਾਈਬ ਕਰਨ ਦੀ ਕੋਸ਼ਿਸ਼ ਵੀ ਕਰਿਓ। ਤੁਹਾਡੇ ਧੰਨਵਾਦੀ ਹੋਵਾਂਗੇ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ। ਤੇਰਾ ਬਰਾਖਾ।